ਵਾਹਿਗੁਰੂ ਸਾਹਿਬ ਜੀ। ਧੰਨ ਧੰਨ ਸਾਹਿਬ ਕਮਾਲ ਵਾਲਿਕੀ ਕੁਲ ਆਲਮ ਰਹਿਬਰ ਏ ਕਾਇਨਾਤ। ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਾਲਕ ਜੀ ਦੀ ਅਪਾਰ ਕਿਰਪਾ ਦੇ ਸਦਕਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿੱਥੇ ਅੰਮ੍ਰਿਤ ਵੇਲੇ ਸੰਗਤਾਂ ਪ੍ਰਭਾਤ ਫੇਰੀ ਵਿੱਚ ਸ਼ਮੂਲੀਅਤ ਕਰ ਰਹੀਆਂ ਨੇ, ਉੱਥੇ ਹੀ ਸਤਿਗੁਰ ਨੇ ਤਰਸ ਕੀਤਾ ਕਿ ਸ਼ਾਮਾਂ ਦੇ ਦੀਵਾਨ ਜੋ ਅੱਜ ਤੋਂ ਆਰੰਭ ਹੋਏ ਨੇ, ਆਪ ਸੰਗਤ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੇ ਹੋ। ਸਤਿਗੁਰ ਜੀ ਸਭਨਾਂ ਦੀ ਹਾਜ਼ਰੀ ਨੂੰ ਪ੍ਰਵਾਨ ਕਰੇ, ਚੜ੍ਹਦੀ ਕਲਾ ਬਖਸ਼ੇ ਜੀ। ਦਿਨ ਆਪਾਂ ਕੋਲ ਗਿਣਵੇਂ 7 ਨੇ ਜੀ, ਤੇ ਜੇ ਮੈਂ ਇਹ ਸ਼ਬਦ ਕਹਿ ਦੇਵਾਂ ਤੇ ਵੀ ਸ਼ਬਦ ਛੋਟਾ ਹੈ। ਜੇ 7 ਜਨਮ ਵੀ ਆਪਾਂ ਵਹਿ ਜਾਈਏ ਤਾਂ ਵੀ ਉਸ ਬਾਬੇ ਦੀਆਂ ਬਾਤਾਂ ਨਹੀਂ ਕਰ ਸਕਦੇ, ਏਡੀਆਂ ਉਸ ਬਾਬੇ ਦੀਆਂ ਬਾਤਾਂ ਨੇ। ਪਰ ਇਸ ਵਾਰੀ ਥੋੜੀ ਜਿਹੀ ਕੋਸ਼ਿਸ਼ ਇਹ ਕਰਨੀ ਹੈ ਜੀ, ਜਿਵੇਂ ਵੀਰ ਜੀ ਨੇ ਕਿਹਾ ਕਿ ਕੁਝ ਸਾਡਾ ਘੇਰਾ ਬਣ ਗਿਆ ਸਾਡੇ ਪ੍ਰਚਾਰਕਾਂ ਦਾ, ਅਸੀਂ ਉੱਥੇ ਘੁੰਮੀ ਜਾਂਦੇ ਹਾਂ। ਉਸ ਘੇਰੇ ਨੂੰ ਛੱਡ ਕੇ 7 ਦਿਨਾਂ ਦੇ ਵਿੱਚ ਆਪ ਸੰਗਤ ਦੀ ਝੋਲੀ ਦੇ ਵਿੱਚ ਉਹ ਗੱਲਾਂ ਪਾਉਣ ਦੀ ਕੋਸ਼ਿਸ਼ ਕਰਾਂਗਾ ਜਿਹੜੀਆਂ ਆਪ ਨੇ ਸੁਣੀਆਂ ਨਹੀਂ ਹੈ। ਆਪ ਨੇ ਅਸੀਸ ਦੇਣੀ ਹੈ ਜੀ, ਸਤਿਗੁਰ ਨੇ ਸਮੱਤ ਬਖਸ਼ਣੀ ਹੈ। ਰੁਝਾਨ ਵੀ ਸਾਡਾ ਹੌਲੀ ਹੌਲੀ ਘਟਦਾ ਜਾ ਰਿਹਾ ਹੈ। ਕਈ ਵਾਰ ਹੁੰਦਾ ਕਿ ਸ਼ਾਇਦ ਟਾਈਮ ਨਹੀਂ ਹੈ, ਪਰ ਜਦੋਂ ਹੁਣ ਗਰਾਊਂਡ ਲੈਵਲ ਤੇ ਉਤਰ ਕੇ ਵੀ ਦੇਖਿਆ ਤੇ ਪਤਾ ਲੱਗਦਾ ਕਿ ਟਾਈਮ ਹੈ, ਬਸ ਇੰਟਰਸਟ ਨਹੀਂ ਹੈ। ਇਹ ਵੀ ਹੋ ਗਿਆ। ਕੱਲ ਵੀ ਮੈਂ ਸਮਾਪਤੀ ਵੇਲੇ ਨਾ ਗੱਤਕਾ ਵਾਲੇ ਬੱਚੇ ਆਏ ਸੀਗੇ ਆਪਣੇ, 10 ਵਜੇ ਸਮਾਪਤੀ ਹੋਈ, ਮੈਂ ਬੱਚੇ ਖੜਾ ਲਏ। ਮੈਂ ਕਿਹਾ ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ ਦੋਨੇ ਜ਼ਰੂਰੀ ਹੈ। ਸ਼ਸਤਰ ਵਿਦਿਆ ਤੇ ਸ਼ਾਸਤਰ ਵਿਦਿਆ। ਸਿਰ ਮੈਂ ਇੱਕ ਸਵਾਲ ਪੁੱਛਿਆ ਜੀ ਬੱਚਿਆਂ ਨੂੰ, ਮੈਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੋਨੇ ਪੁੱਤਰਾਂ ਦੇ ਨਾਮ ਦੱਸ ਦਿਓ। ਤੁਸੀਂ ਹੈਰਾਨ ਹੋ ਜਾਓ ਕਿ ਵੱਡੇ ਵੱਡੇ ਵੀ ਖੜੇ ਸੀਗੇ ਉੱਥੇ, ਪਰ ਨਹੀਂ ਪਤਾ ਸੀ ਕਿਸੇ ਨੂੰ। ਇੱਕ ਵੀਡੀਓ ਵੀ ਆਪਾਂ ਦੇਖਦੇ ਆ, ਵੀਰ ਜੀ ਨੇ ਵੀ ਗੱਲ ਕੀਤੀ ਸੀ, ਉਹ ਬੱਚਿਆਂ ਨੂੰ ਪੁੱਛਿਆ ਜਾਂਦਾ ਕਿ ਪਹਿਲੇ ਗੁਰੂ ਕੌਣ ਹੈ, ਤੇ ਜਦੋਂ ਉਹਨਾਂ ਨੂੰ ਕਲਾਕਾਰਾਂ ਦੇ ਨਾਮ ਪੁੱਛੇ ਤੇ ਉਹਨਾਂ ਨੇ ਕਲਾਕਾਰ ਦੇ ਨਾਮ ਫਟਾਫਟ ਦੱਸ ਦਿੱਤੇ ਆ। ਪਰ ਸੱਚਾਈ ਇਹ ਕਿ 2 ਗੱਲਾਂ ਇਹਦੇ ਵਿੱਚ ਅਸੀਂ ਕਈ ਵਾਰੀ ਦੋਸ਼ ਦਿੰਦੇ ਆ ਜੀ, ਸਾਨੂੰ ਕਿਸੇ ਨੇ ਦੱਸਿਆ ਨਹੀਂ। ਇੱਕ ਦੋਸ਼ ਇਹ ਆ ਜਾਂਦਾ ਹੈ, ਪਰ ਇਹ ਦੋਸ਼ ਨਹੀਂ ਹੈ, ਮਾਫ ਕਰਿਓ। ਦੱਸਣ ਵਾਲੇ ਬਹੁਤ ਨੇ। ਮੈਂ ਕਹਿੰਦਾ ਦੱਸਣ ਵਾਲਾ ਕੋਈ ਵੀ ਨਾ ਹੋਵੇ ਤੇ ਸਾਡੇ ਕੋਲ ਨੈਟ ਹੈ, YouTube ਹੈ, Google ਹੈ, ਇਹ ਸਾਰਾ ਕੁਝ ਦੱਸ ਰਹੇ ਨੇ। ਹੁਣ ਗਲਤੀ ਇਹ ਆ ਗਈ ਕਿ ਅਸੀਂ ਸਿੱਖਣਾ ਨਹੀਂ ਚਾਹੁੰਦੇ, ਅਸੀਂ ਸਮਝਣਾ ਨਹੀਂ ਚਾਹੁੰਦੇ, ਪਰ ਜਿਵੇਂ ਚੱਲਦੀ ਹੈ ਰੂਟੀਨ ਉਵੇਂ ਚੱਲੀ ਜਾਵੇ। ਇਸ ਕਰਕੇ ਇੱਧਰੋਂ ਸਾਡਾ ਪੱਖ ਬੜਾ ਕਮਜ਼ੋਰ ਵੀ ਹੋ ਗਿਆ ਜੀ। ਗਰਾਊਂਡ ਲੈਵਲ ਤੇ ਉਤਰ ਕੇ ਦੇਖੋਗੇ ਤੁਸੀਂ, ਗੁਰਦਾਸਪੁਰ ਐਂਟਰੀ ਕਰ ਦਿਓ ਜੀ ਅੱਜ, ਧਿਆਨ ਦੇ ਕੇ ਸੁਣਿਓ, ਗੁਰਦਾਸਪੁਰ ਐਂਟਰੀ ਕਰ ਦਿਓ ਜੀ ਅੱਜ। ਗੁਰਦਾਸਪੁਰ ਦੇ ਵਿੱਚ ਤੁਸੀਂ ਆਪਣੇ ਕਿਸੇ ਰਿਸ਼ਤੇਦਾਰਾਂ ਨੂੰ ਫੋਨ ਕਰਿਓ ਜੇ ਗੁਰਦਾਸਪੁਰ ਏਰੀਆ 'ਚ ਹੋਏ ਕਿ ਜੋ ਮੈਂ ਕਹਿ ਰਿਹਾ ਸੱਚ ਕਹਿ ਰਿਹਾ ਕਿ ਝੂਠ ਕਹਿ ਰਿਹਾ। ਗੁਰਦਾਸਪੁਰ ਸਾਰਾ ਏਰੀਆ, ਮੈਂ ਕਹਿ ਲਵਾਂ ਕਿ 80% ਏਰੀਆ ਈਸਾਈਆਂ ਨੇ ਆਪਣੀ ਲਪੇਟ ਵਿੱਚ ਲੈ ਲਿਆ ਜੀ। 80% ਏਰੀਆ ਦੀ ਗੱਲ ਕਰਦਾ ਮੈਂ, ਜਿਨ੍ਹਾਂ ਲੋਕਾਂ ਨੇ ਧਰਮ ਛੱਡ ਕੇ ਈਸਾਈ ਪੜੇ ਨੂੰ ਪ੍ਰਵਾਨ ਕਰ ਲਿਆ। ਹੁਣ ਇਹਦੇ ਵਿੱਚ ਕਸੂਰ ਕਿਹਦਾ ਆ, ਉਹ ਰੱਬ ਜਾਣਦਾ ਹੈ। ਜੇ ਸਾਡੇ ਕੋਲ ਆਪਣਾ ਸਿਧਾਂਤ ਪੱਕਾ ਹੋਏਗਾ, ਆਪਣਾ ਇਤਿਹਾਸ ਪੱਕਾ ਹੋਏਗਾ, ਸੋ ਬਹੁਤ ਕੁਝ ਅਸੀਂ ਸਿੱਖ ਸਕਦੇ ਹਾਂ। ਤੇ ਧਰਮ ਪਰਿਵਰਤਨ ਦੀਆਂ ਤਾਂ ਗੱਲਾਂ ਹੀ ਬੜੀ ਦੂਰ ਦੀਆਂ ਰਹਿ ਗਈਆਂ। ਫਿਰ ਤਾਂ ਸਿਰ ਜਾਵੇ ਤਾਂ ਜਾਵੇ, ਪਰ ਮੇਰਾ ਸਿੱਖੀ ਸਿਦਕ ਨਾ ਜਾਵੇ। ਉਹ ਤਾਂ ਹੋਏਗਾ ਜੀ ਸਾਡੀਆਂ ਜੜ੍ਹਾਂ ਪੱਕੀਆਂ ਹੋਣਗੀਆਂ, ਤੇ ਜੜ੍ਹਾਂ ਸਾਡੀਆਂ ਇਤਿਹਾਸ ਤੇ ਗੁਰਬਾਣੀ ਨੇ ਪੱਕੀਆਂ ਕਰਨੀਆਂ। ਸੋ ਉਮੀਦ ਕਰਦਾ ਜੀ ਜਿੰਨਾ ਕੁ ਸਮਾਂ ਆਪਾਂ ਬੈਠਾਂਗੇ, ਇਕਾਗਰਤਾ ਤੁਸੀਂ ਬਖਸ਼ਿਓ। ਸੋ ਗੁਰੂ ਮਾਲਕ ਜੀ ਦੀਆਂ ਬਾਤਾਂ ਆਰੰਭ ਕਰਦੇ ਆ ਜੀ। ਸਤਿਗੁਰ ਤਰਸ ਕਰਨ, ਇੱਕ ਵਾਰੀ ਫਤਿਹ ਸਾਂਝੀ ਕਰਿਓ ਜੀ।
प्यार ते सत्कार नाल आखो जी वाहिगुरू जी का खालसा वाहिगुरू जी की फतेह। बहुत कुछ ਆਪਾਂ ਨੇ बाबा जी के जीवन बारे विचारना है इन्हां दिनां दे अंदर। सब तो पहला तो आप ये देखना कि गुरु नानक बाबा जी दे असी परिवार बारे किन्ना कुछ जानते हैं। आरंभता दे विच इत्थे आपां गल करनी है। गुरु नानक देव पातशाह जी का जदों असी पिछोकड़ देखांगे तो उन्हां दे दादे का जिहड़ा नाम असी परदादे का नाम पढ़ते आ वो राम नारायण पढ़ते हैं जी। मन विच हुंदा है कि जदों तुसीं इत्थे आवो ना जी, हर बार मैं नोट करदा कली कमल भैन जी सिर्फ कापी पैन लेके आउंदे आ ते बाकी नहीं आपां लेके आउंदे। नोट कर ले, कई बार कहने तुसीं भाई साहब नाम इन्ने दसदे आ वो साडे सिर तो निकल गए, पर जे कापी पैन होएगा तुसीं नोट कर सकदे हो नाल दी नाल की आपां गल करनी है ना। सिर्फ पहला परिवार बारे गुरु नानक देव पातशाह दे परदादे का नाम जो असीं देखांगे वो हैगा राम नारायण ते दादे का असीं नाम देखांगे शिव नारायण ते दादी का नाम आ जाएगा बनारसी ते पिता का नाम आ जाएगा मेहता कालू जां कल्याण दास कालू ते चाचे का नाम आ जाएगा भाई लालो जी, भाई लालू जी माफ करियो भाई लालू जी आ गया जी। थोड़ा जिहा होर असीं पिछोकड़ उतरांगे तो गुरु पातशाह जी के माता का नाम हैगा माता तृप्ता जी ते उन्हां दे नाना जी का नाम हैगा भाई रामा जी ते नानी का नाम हैगा सबराई जी ते नाल दी नाल मासी का नाम हैगा लखो जी ते मामे का नाम कृष्णा जी है जी। ये परिवार है गुरु नानक देव पातशाह का जिहड़ा सानू मोटे मोटे मैनूं लगदा कि ये सानू जवान ते रटिया होना चाहिए आ कि असी गुरु नानक देव पातशाह बारे इन्ना जानते हैं। पत्नी का नाम माता सुलखणी जी आप जानते हो ते दो पुत्र ने गुरु नानक देव पातशाह जी दे बाबा की है जी बाबा श्री चंद जी ते ठीक है जी लक्ष्मी दास ते एक भैन है बेबे नानकी ते ये गुरु नानक देव पातशाह का परिवार है। पिछोकड़ जो गुरु नानक देव पातशाह का देखांगे तो गुरु नानक देव पातशाह का जिहड़ा पिछला पिंड है उस पिंड का नाम है पट्ठे विंड। किहड़ा पिंड है जी पट्ठे विंड। हुण पट्ठे विंड किद्दां होंद विच आया 1295 तो शुरू होंदा आ। अलाउद्दीन खिलजी राजपुताने इलाके दे विच जैसलमेर के इलाके दे विच हमला करदा आ 1295 तो लेके 1315 तक लगातार हमले करता है जी। थोड़ी जी गल ध्यान दे के सुनियो, है थोड़ा जिहा औखा है पर समझना पैना है कि गुरु नानक देव पातशाह का परिवारक पिंड पिछोकड़ की है। 1295 तो लेके 1315 तक जैसलमेर के इलाके दे अंदर राजपुताने के इलाके दे अंदर अलाउद्दीन खिलजी हमले करता लगातार। जो ये पट्टियां के इलाके के उत्ते हमले करता है इधर एरिए विच 3 टोटिया दे विच पट्टी वंडे जाते हैं। एक टोटा वो जिहड़ा अलाउद्दीन खिलजी का विरोध करते हैं उहदे मुकाबले च खड़ते हैं। दूजे लोग वो है जिहड़े डर के चले जाते हैं कि असीं लड़ना नहीं है, असीं इलाका ही छड़ देना है। तो तीजे लोग वो सन जिन्हां ने अलाउद्दीन खिलजी की आपां कह लिए गुलामी नूं स्वीकार कर लिया कि असीं तेरे गुलाम बन के रहने वास्ते तैयार है। जिन्हां ने विरोध किया उन्हां दे विचों विरोध करन वालियां दे विचों एक सीगा राणा राय। की नाम सीगा जी? राणा राय। राणा राय ने अलाउद्दीन खिलजी का डट के विरोध किया है जी। जिन्ना कि इहदे कोल जोर सी, जिन्ना कि इहदे कोल लाम लश्कर से, जिन्नी कि इहदे कोल फौज सी, उम्र बड़ी छोटी सीगी पर इन्हें डट के अलाउद्दीन खिलजी का विरोध किया। जो अलाउद्दीन खिलजी ने सारे इलाके नूं फतेह कर लिया तो इनू भी गिरफ्तार कर लिया राणा राय नूं। जो राणा राय नूं गिरफ्तार किया इनू जेल विच सुट्टिया गया। जेल विच सुट्टण तो बाद कहंदा राणा राय नूं कढ के लेके आयो। राणा राय नूं कढ के अलाउद्दीन खिलजी के सामने खड़ाया गया। अलाउद्दीन खिलजी ने एक शब्द वरत्या, कहना मेरा जी नहीं करता मैं तेनों कतल करा। उसका कारण यह है
कि तू बहादुर बहुत है, ते बहादुरां दी कदर करनी दूजे बहादुर दा फर्ज बन जाता है। कि मेरा मन नहीं करता कि मैं तेनों कतल करा, पर मैं मजबूर भी हाँ, मैनू कतल करना पैना है क्योंकि तू मेरा दुश्मन है। जे मैं तेनों फिर छड्ड दिता, छड्डण तो बाद तू फिर मेरे बंदे मारेगा। दो गल्लां च एक ना एक गल मैनू करनी पैनी है, जा तेनों छड्डना पैना, जा तेनों मारना पैना आ, पर मारांगा जरूर, पर छड्डांगा भी जरूर, पर छड्डांगा एक शर्त ते। किहड़ी शर्त? कहना शर्त यह आ, तू मेरे कोलों 150 एकड़ जमीन ले ला पंजाब की धरती ते, अपना राज कर, अपना सिक्का जमा, अपनी सरदारी कर, पर मेरी ईन मान के चल, मेरे नाल मुकाबला ना करी। राणा राय ने इस चीज़ को स्वीकार कर लिया कि 150 एकड़ जमीन मिल गई है, नाले बादशाह के बादशाह बने रवांगे, तो आपां किहड़े रोज़ इनू मिलन आउणा है, काहदी गुलामी ते अपना सिक्का चलना, अपनी सारी बल्ले बल्ले होनी है, तो आपां की लेना है। राणा राय ने जी इस ऑफर को स्वीकार कर लिया। पंजाब की धरती के उत्ते 4 थावां ते इन्हां नूं जगह जिहड़ी अलाट हो गई है 150 एकड़ जमीन, जिहदे विचों जदों असीं पढ़ांगे, जदों असीं देखांगे, एक जगह का नाम रखा गया पट्ठे बिंड, जो गुरु नानक देव पातशाह जी का पिछोकड़ पिंड है, जिहड़ा तरन तारण साहिब के इलाके दे विच है। दूजा रखा गया जी पट्ठे विंड, ये भी पट्ठे विंड, हौली हौली ये बदल के इहदा नाम बठिंडा पै गया। अगला इलाका जिहड़ा बनाया गया सी पट्ठे वाला, जितों हौली हौली बदल के वो बटाला बन गया जी। एक जगह का नाम रखा गया जामा राय। जामा का अर्थ हुंदा आ बहुत लोगों का इकट्ठ, राय का अर्थ हुंदा सीगा राय कुल वाले लोग, कि इत्थे सारे राय कुल वाले लोग रहिंदे आ। जामा राय ये 4 पिंड या 4 शहर पंजाब की धरती ते वसाए गए। किन्हां ने वसाए जी? राणा राय ने वसाए। राणा राय नूं जमीन किने दित्ती जी? अलाउद्दीन खिलजी ने दित्ती कि तुसीं भाई अपना राज कर सकदे हो। हुण राणा राय दा मुंडा कौन है? सवाल खड़ा हो गया। राणा राय दा अगे मुंडा सीगा जिन्हों तुसीं कहंदे हो राय भोए। की नाम है जी? राय भोए। राणा राय इहदा प्यो है। जदों गलबात होई, सारी जमीनां वंडियां गईयां, सब कुछ होया, सारा कुछ चलदा रहा जी। राणा राय दे नाल जिहड़ा कानू गोश लग्या होया, ध्यान दे के सुणो, मैनूं पता गल्लां थोड़ियां औखियां। राणा राय नाल जिहड़ा कानू गोश कह लो, पटवारी कह लो, मेहता कह लो, वो जिहड़ा लग्या होया उहदा नाम है राम नारायण, गुरु नानक देव पातशाह दा परदादा। वो लग्या होया इन्हां नाल काम कर रहा। हौली हौली करदे करदे राय भोए ने की कीता कि इनू हिस्से विच जिहड़ी जमीन आई, इन्हें रायपुर का इलाका वसा लिया, खरीदिया सारा। रायपुर के इलाके विच जाके इन्हें अपना उत्थे एक वखरी दुनिया वसा ली कह लो, जां इन्हें एक वखरा अपना राज करना शुरू कर लिया। उत्थे एक वखरा इन्हें शहर वसा लिया, जिदा इन्हें नाम बदल के रायपुर तो राय भोए दी तलवंडी नाम रख दिता है। हुण तलवंडी का अर्थ की हुंदा जी? तल, तल का अर्थ हुंदा जमीन, वंडी कि भाई वो जमीन जिहड़ी वंडी गई, उसी जिन्ने भी इधर दमदमा साहब वाल भी जाओगे, इधर भी सानू मिलेगी ना तलवंडी साबो, वो साबो दे एरिया उन्होंने मिलिया होया आ, उन्होंने जमीन वंड के दित्ती हुई है। तां हुण रायपुर तो नाम बदल के की हो गया जी? राय भोए दी तलवंडी। इत्थे जिहड़ा इन्हां दे नाल कानू गोश लग्या रहा वो सीगे शिव नारायण। शिव नारायण कौन है जी? गुरु नानक देव पातशाह जी दे दादा जी। वो इत्थे काम करते रहे राय भोए दे नाल। हौली हौली करते करते जदों परिवार होर वड्डा हुंदा गया, बजुर्ग दुनिया छड्ड के जाते रहे, ते राय भोए ने अपने पुत्र नूं, राय भोए ने अपने पुत्र राय बुलार नूं अपनी जगह के उत्ते अहुदेदार नियुक्त कर दिता है। ते उधर शिव नारायण ने अपनी जगह के उत्ते कल्याण दास मेहता कालू नूं
ਨਿਯੁਕਤ ਕਰ ਦਿੱਤਾ। ਫਿਰ ਇੱਕ ਬੇਨਤੀ ਕਰਨ ਲੱਗਾ ਜੀ, ਸਾਨੂੰ ਦੋ ਗੱਲਾਂ ਹੋ ਗਈਆਂ, ਅਸੀਂ ਪੜ੍ਹਨ ਦਾ ਸ਼ੌਂਕ ਖੁਦ ਵੀ ਨਹੀਂ ਰੱਖਿਆ ਜੀ, ਪਹਿਲਾ ਕਸੂਰ ਆਪਾਂ ਆਪਣਾ ਕੱਢਣਾ ਹੈ। ਦੂਜਾ, ਸਾਨੂੰ ਇਦਾਂ ਦੀਆਂ ਗੱਲਾਂ ਦੱਸੀਆਂ ਵੀ ਨਹੀਂ ਗਈਆਂ। ਮਹਿਤਾ ਜਾਂ ਪਟਵਾਰੀ ਕੋਈ ਛੋਟੀ ਮੋਟੀ ਪੋਸਟ ਨਹੀਂ ਸੀਗੀ। ਅਨਪੜ੍ਹ ਬੰਦੇ ਨਹੀਂ ਸੀ ਗੁਰੂ ਨਾਨਕ ਦੀ ਫੈਮਿਲੀ ਵਿੱਚੋਂ ਲੋਕ, ਕੋਈ ਪੜ੍ਹੇ ਲਿਖੇ ਸਨ। ਏਡੇ ਏਡੇ ਅਹੁਦੇ ਸਾਹਮਣੇ ਮਹਿਤੇ ਦੇ ਉੱਤੇ ਮਹਿਤਾ ਬਣ ਜਾਣਾ ਜਾਂ ਪਟਵਾਰੀ ਬਣ ਜਾਣਾ, ਇਹ ਕੋਈ ਅਨਪੜ੍ਹ ਬੰਦੇ ਦਾ ਕੰਮ ਨਹੀਂ ਸੀਗਾ, ਪੜ੍ਹੇ ਲਿਖੇ ਲੋਕਾਂ ਦਾ ਕੰਮ ਸੀਗਾ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਪਿਤਾ ਏਡੀ ਵੱਡੀ ਪੋਸਟ ਆ। ਵੈਸੇ ਪਟਵਾਰੀ ਦਾ ਅਰਥ ਪਤਾ ਕੀ ਹੁੰਦਾ ਜੀ? ਪੱਟ ਦਾ ਅਰਥ ਹੁੰਦਾ ਆ ਰੇਸ਼ਮ ਦਾ ਕੱਪੜਾ, ਵਾਰੀ ਦਾ ਅਰਥ ਹੁੰਦਾ ਹੈ ਉਸ ਰੇਸ਼ਮ ਦੇ ਕੱਪੜੇ ਦੇ ਉੱਤੇ ਬੁਣਿਆ ਹੋਇਆ ਨਕਸ਼ਾ। ਜੋ ਕੱਪੜਿਆਂ ਦੇ ਉੱਤੇ ਨਕਸ਼ਾ ਬਣਾ ਕੇ ਸਾਨੂੰ ਦਿਖਾਉਂਦੇ ਸੀਗੇ, ਉਹਨਾਂ ਨੂੰ ਕਿਹਾ ਜਾਂਦਾ ਸੀਗਾ ਪਟਵਾਰੀ। ਉਹਨਾਂ ਨੂੰ ਸ਼ਬਦ ਵਰਤਦੇ ਸੀਗੇ। ਹੁਣ ਇਹਨਾਂ ਦਾ ਕੰਮ ਕੀ ਸੀਗਾ? ਨਕਸ਼ੇ ਤਿਆਰ ਕਰਨਾ, ਜ਼ਮੀਨ ਦੀ ਵੰਡ ਕਰਨੀ, ਜ਼ਮੀਨ ਖਰੀਦਣੀ, ਜ਼ਮੀਨ ਵੇਚਣੀ। ਹੁਣ ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਅੱਜ ਦੇ ਛੋਟੇ ਮੋਟੇ ਪ੍ਰੋਪਰਟੀ ਡੀਲਰ ਵੀ ਹੁੰਦੇ ਆ, ਪ੍ਰਾਈਵੇਟ ਤੁਰੇ ਫਿਰਦੇ ਆ, ਉਹ ਵੀ ਕਿੰਨੀ ਕਿੰਨੀ ਕਮਿਸ਼ਨ ਖਾਂਦੇ ਆ, ਤੇ ਇਹ ਤਾਂ ਫਿਰ ਵੀ ਸਰਕਾਰੀ ਸੀਗੇ। ਸੋਚੋ ਨਾ ਕਿੱਡਾ ਵੱਡਾ ਕਾਰੋਬਾਰ ਹੋਏਗਾ। ਇੱਕ ਕੋਈ ਲੱਖਾਂ ਦੀ ਜ਼ਮੀਨ ਵੇਗੀ ਤੇ ਵਿੱਚੋਂ ਕਿੰਨੀ ਕਮਿਸ਼ਨ ਆ ਜਾਣੀ ਹੈ, ਵਿੱਚੋਂ ਕਿੰਨਾ ਕੁਛ ਹੈ। ਪਟਵਾਰੀ ਦੇ ਅਹੁਦੇ ਤੇ ਬੈਠੇ ਨੇ ਮਹਿਤਾ ਕਲਿਆਣ ਦਾਸ ਕਾਲੂ ਜੀ। ਹੁਣ ਇਹ ਜਿਹੜਾ ਸੀਗਾ ਪੱਠੇਵਿੰਡ ਤੋਂ ਸ਼ਿਫਟ ਹੁੰਦੇ ਹੁੰਦੇ ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ ਸ਼ਿਵ ਨਾਰਾਇਣ, ਹੌਲੀ ਹੌਲੀ ਕਰਦੇ ਕਰਦੇ ਨਾਲ ਆਈ ਗਏ ਰਾਏਪੁਰ ਦੀ ਧਰਤੀ ਤੇ ਇਹਨਾਂ ਨੇ ਆਪਣਾ ਵਾਸਾ ਕਰ ਲਿਆ। ਰਾਏ ਭੋਏ ਦੀ ਹੁਣ ਤਲਵੰਡੀ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਰਿਵਾਰ ਰਹਿੰਦਾ ਹੈ। ਆਪਾਂ ਇਦਾਂ ਨੇੜੇ ਕਰ ਲਈਏ। ਜਦੋਂ ਕਲਿਆਣ ਦਾਸ ਮਹਿਤਾ ਕਾਲੂ ਜੀ ਥੋੜੇ ਵੱਡੇ ਹੁੰਦੇ ਆ ਤੇ ਇਹਨਾਂ ਵਾਸਤੇ ਰਿਸ਼ਤਾ ਲੱਭਿਆ ਗਿਆ। ਬਟਾਲੇ ਦੀ ਰਹਿਣ ਵਾਲੀ ਇੱਕ ਧੀ ਮਾਤਾ ਤ੍ਰਿਪਤਾ ਜੀ, ਉਹਨਾਂ ਦੇ ਨਾਲ ਮਹਿਤਾ ਕਲਿਆਣ ਦਾਸ ਕਾਲੂ ਜੀ ਦਾ ਆਪਾਂ ਕਹਿ ਲਈਏ ਕਿ ਵਿਆਹ ਹੋ ਗਿਆ। ਪਰਮਾਤਮਾ ਨੇ ਕਿਰਪਾ ਕੀਤੀ, ਸਤਿਗੁਰ ਨੇ ਤਰਸ ਕੀਤਾ ਕਿ ਵਿਆਹ ਦੇ ਕੁਝ ਕੁ ਸਮੇਂ ਬਾਅਦ ਘਰ ਦੇ ਵਿੱਚ ਇੱਕ ਧੀ ਨੇ ਜਨਮ ਲਿੱਤਾ ਆ। ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀ, ਚਲੋ ਅੱਜ ਥੋੜਾ ਜਿਹਾ ਕਲਚਰ ਘਟ ਗਿਆ ਆ। ਪੁਰਾਣੇ ਸਮੇਂ ਵਿੱਚ ਕੀ ਹੁੰਦਾ ਸੀਗਾ ਕਿ ਵਿਆਹ ਦੇ ਵਾਰ ਜਦੋਂ ਪਹਿਲਾ ਬੱਚਾ ਹੁੰਦਾ ਸੀਗਾ, ਉਹ ਧੀ ਨੂੰ ਜਾਂ ਕਹਿ ਲਓ ਨੂੰਹ ਨੂੰ ਕਹਿ ਲਓ ਉਹਦੇ ਪੇਕੇ ਭੇਜ ਦਿੰਦੇ ਸੀਗੇ। 100 ਗੱਲਾਂ ਐਸੀਆਂ ਹੁੰਦੀਆਂ ਸਨ ਉਹ ਕਿ ਕੁਝ ਗੱਲਾਂ ਜਿਹੜੀ ਸੀਗੀ ਕਿ ਧੀ ਉਹ ਆਪਣੀ ਸੱਸ ਨਾਲ ਨਹੀਂ ਕਰ ਪਾਉਂਦੀ ਸੀ ਜਾਂ ਕਿਸੇ ਹੋਰ ਨਾਲ ਨਹੀਂ ਕਰ ਪਾਉਂਦੀ ਸੀ, ਉਹ ਆਪਣੀ ਮਾਂ ਨਾਲ ਗੱਲ ਖੁੱਲ੍ਹ ਕੇ ਕਰ ਲੈਂਦੀ ਸੀ। ਕਲਚਰ ਇਹ ਸੀਗਾ ਅਸਲ ਵਿੱਚ। ਇਸ ਕਰਕੇ ਜਦੋਂ ਮਾਤਾ ਤ੍ਰਿਪਤਾ ਜੀ ਨੂੰ ਉੱਥੇ ਭੇਜਿਆ ਗਿਆ, ਜਦੋਂ ਮਾਤਾ ਤ੍ਰਿਪਤਾ ਜੀ ਆਪਣੇ ਵਾਪਸ ਪਿੰਡ ਗਏ, ਚਾਹਲ ਦੇ ਰਹਿਣ ਵਾਲੇ ਸਨ ਉੱਧਰ ਨਾ, ਤੇ ਉੱਧਰ ਜਦੋਂ ਇਹ ਗਏ, ਮਾਫ ਕਰੋ ਚਾਹਲ, ਹਾਂ ਬਟਾਲਾ ਕਹੀਏ ਆਪਾਂ, ਚਾਹਲ ਦੇ ਰਹਿਣ ਵਾਲੇ ਸੀਗੇ। ਜਦੋਂ ਉੱਥੇ ਇਹ ਗਏ ਤੇ ਉੱਥੇ ਬੇਬੇ ਨਾਨਕੀ ਦਾ ਜਨਮ ਹੁੰਦਾ ਆ 1464 ਈਸਵੀ ਦੇ ਅੰਦਰ। ਨਾਨਕਿਆਂ ਦੇ ਘਰ ਵਿੱਚ ਜਨਮ ਹੋਣ ਕਰਕੇ, ਲਾਡਲੀ ਹੋਣ ਕਰਕੇ ਘਰਦਿਆਂ ਨੇ ਨਾਮ ਕੀ ਰੱਖਤਾ ਜੀ? ਨਾਨਕੀ। ਤੇ ਪਿਆਰ ਨਾਲ ਸਤਿਕਾਰ ਨਾਲ ਅਸੀਂ ਸ਼ਬਦ ਵਰਤਿਆ ਬੇਬੇ ਨਾਨਕੀ। ਬੇਬੇ ਪੰਜਾਬ ਦਾ ਇੱਕ ਐਸਾ ਮੈਂ ਕਹਿ ਲਵਾਂ ਕਿ ਨਾਮ ਸੀਗਾ, ਸਾਡਾ ਸੱਭਿਆਚਾਰ ਸੀਗਾ। ਬੇਬੇ ਨੂੰ ਪਿਆਰ ਦੇ ਨਾਲ ਅਸੀਂ ਜੇ ਕਹਿ ਲਈਏ ਭੈਣ ਨੂੰ ਬੇਬੇ ਕਹਿੰਦੇ ਸੀਗੇ, ਜਾਂ ਕਈ ਇਲਾਕਿਆਂ ਦੇ ਵਿੱਚ ਦਾਦੀ ਨੂੰ ਵੀ ਬੇਬੇ ਕਹਿੰਦੇ ਆ ਤੇ ਮਾਂ ਨੂੰ ਵੀ ਬੇਬੇ ਕਹਿੰਦੇ ਆ, ਬਹੁਤ ਥਾਵਾਂ ਦੇ ਅੰਦਰ। ਹੌਲੀ ਹੌਲੀ ਕਰਦੇ ਕਰਦੇ ਤੇ ਮੈਨੂੰ ਲੱਗਦਾ ਅਸੀਂ ਪੜ੍ਹੇ ਲਿਖੇ ਅਨਪੜ੍ਹ ਬਣਦੇ ਜਾ ਰਹੇ। ਸ਼ਬਦ ਮੇਰਾ ਸੁਣਿਓ ਜੀ, ਪੜ੍ਹੇ ਲਿਖੇ ਕੀ ਬਣਦੇ ਜਾ ਰਹੇ ਆ ਜੀ? ਅਨਪੜ੍ਹ। ਹੁਣ ਮਾਸੀ ਨੂੰ ਯਾਦ ਕਰਨਾ ਤੇ ਆਂਟੀ, ਮਾਮੀ ਨੂੰ ਯਾਦ ਕਰਨਾ ਤੇ ਆਂਟੀ, ਚਾਚੀ ਨੂੰ ਯਾਦ ਕਰਨਾ ਤੇ ਆਂਟੀ, ਭੂਆ ਨੂੰ ਯਾਦ ਕਰਨਾ ਤੇ ਆਂਟੀ। ਇੱਕ ਆਂਟੀ ਸ਼ਬਦ ਨੇ ਸਾਰੇ ਰਿਸ਼ਤੇ ਖੂਹ ਵਿੱਚ ਪਾ ਦਿੱਤੇ ਆ। ਮਾਸੀ ਨੂੰ ਕਹਿਣ ਦਾ ਤੇ ਮਾਸੀ ਨੂੰ ਬੁਲਾਉਣ ਦੀ ਆਪਣੀ ਫੀਲਿੰਗ ਵੱਖਰੀ ਸੀ। ਚਾਚੀ ਨੂੰ ਆਵਾਜ਼ ਮਾਰਨੀ ਜਾਂ ਚਾਚੀ ਕੋਲ ਜਾਣਾ, ਉਹਦਾ ਆਪਣਾ ਸਵਾਦ ਵੱਖਰਾ ਸੀਗਾ। ਪਰ ਇੱਕ ਆਂਟੀ ਸ਼ਬਦ ਨੇ ਸਾਰੇ ਰਿਸ਼ਤੇ ਖੂਹ 'ਚ ਪਾ ਦਿੱਤੇ ਆ। ਇਹਦਾ ਦੋਸ਼ੀ ਹੋਰ ਕੋਈ ਨਹੀਂ, ਖੁਦ ਅਸੀਂ ਆਪ ਹੈ। ਅਸੀਂ ਇਹ ਸੋਚੀ ਜਾਂਦੇ ਸਾਡੇ ਬੱਚੇ ਸ਼ਾਇਦ ਇੰਟੈਲੀਜੈਂਟ ਹੋ ਗਏ, ਤੇ ਮੈਂ ਸੋਚਦਾ ਹੁੰਦਾ ਕੱਲ ਨੂੰ ਇਹ ਨਾ ਹੋਵੇ ਤੇ ਬੱਚਾ ਆਪਣੀ ਮਾਂ ਨੂੰ ਵੀ ਆਂਟੀ ਕਹਿਣ ਲੱਗ ਜਾਵੇ। ਔਖਾ ਹੋ ਜਾਏਗਾ ਨਾ। ਜਿਹੜੀ ਆਪਾਂ ਪਟੜੀ ਤੇ ਤੁਰ ਰਹੇ ਆ, ਉਹ ਪਟੜੀ ਦਾ ਕੋਈ ਮੰਜ਼ਿਲ ਤਾਂ ਹੈ ਨਹੀਂ ਹੈ, ਜੋ ਹੋ ਰਿਹਾ ਤਾਂ ਹੋਰ ਚੱਲੀ ਜਾ ਰਿਹਾ, ਤੇ ਅਸੀਂ ਉੱਦਾਂ ਹੀ ਉਸ ਚੀਜ਼ ਨੂੰ ਐਕਸੈਪਟ ਕਰ ਰਹੇ ਹਾਂ ਕਿ ਠੀਕ ਹੈ ਭਾਈ ਜੋ ਕੁਛ ਹੋ ਰਿਹਾ। ਸੋਚਿਓ ਇਹਨਾਂ ਗੱਲਾਂ ਨੂੰ।
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਬੇਬੇ ਨਾਨਕੀ ਦਾ, ਆਪਾਂ ਕਹਿ ਲਈਏ ਮਾਤਾ ਤ੍ਰਿਪਤਾ ਦੇ ਘਰ ਦੇ ਵਿੱਚ ਬੇਬੇ ਨਾਨਕੀ ਦਾ ਜਨਮ ਹੁੰਦਾ ਆ 64 ਦੇ ਅੰਦਰ। ਵਾਪਸ ਮਾਤਾ ਤ੍ਰਿਪਤਾ ਜੀ ਆਏ, ਸਾਰੇ ਫਿਰ ਉੱਦਾਂ ਹੀ ਕਾਰਜ ਆਰੰਭ ਹੋਣ ਲੱਗ ਪਏ ਆ। ਹੁਣ ਜਦੋਂ ਘਰ ਵਿੱਚ ਪਹਿਲਾਂ ਧੀ ਹੋਵੇ ਤੇ ਪੁੱਤ ਦੀ ਆਸ ਰੱਖਦਾ ਬੰਦਾ, ਜੇ ਘਰ ਵਿੱਚ ਪੁੱਤ ਹੋਵੇ ਤੇ ਫਿਰ ਧੀ ਦੀ ਆਸ ਰੱਖਦਾ ਆ। ਉਸੇ ਤਰ੍ਹਾਂ ਹੁਣ ਇਹਨਾਂ ਦੋਨਾਂ ਦੇ ਮਨ ਵਿੱਚ ਵੀ ਆ, ਮਾਤਾ ਤ੍ਰਿਪਤਾ ਵੀ ਚਾਹੁੰਦੀ ਆ ਹੁਣ ਘਰ 'ਚ ਪੋਤਾ ਆ ਜਾਵੇ, ਤੇ ਭਾਈ ਕਾਲੂ ਜੀ ਵੀ ਕਹਿੰਦੇ, ਬਾਬਾ ਕਾਲੂ ਜੀ ਵੀ ਚਾਹੁੰਦੇ ਕਿ ਘਰ 'ਚ ਪੋਤਾ ਆ ਜਾਵੇ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਰਦਾਸ ਸੁਣੀ, ਬੇਨਤੀਆਂ ਸੁਣੀਆਂ। 1469 ਈਸਵੀ ਦੇ ਅੰਦਰ ਧੰਨ ਗੁਰੂ ਨਾਨਕ ਬਾਬਾ ਜੀ ਦਾ, ਜਿਨ੍ਹਾਂ ਨੂੰ ਜਾਹਰ ਪੀਰ ਜਗਤ ਗੁਰ ਬਾਬਾ ਕਹਿੰਦੇ ਆ, ਜਾਂ ਅਸੀਂ ਸ਼ਬਦ ਵਰਤਦੇ ਆ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋ ਜਾਂਦਾ ਆ। ਜਦੋਂ ਸਤਿਗੁਰ ਜੀ ਦਾ ਪ੍ਰਕਾਸ਼ ਕਿੱਥੇ ਹੁੰਦਾ ਜੀ? ਰਾਏ ਭੋਏ ਦੀ ਤਲਵੰਡੀ 'ਚ। ਇੰਨਾ ਕੁ ਨੋਟ ਕਰਕੇ ਚੱਲਿਓ। ਇੱਕ ਪੰਕਤੀ ਸਾਡੀਆਂ ਪ੍ਰਭਾਤ ਫੇਰੀਆਂ ਵਿੱਚ ਵੀ ਪੜ੍ਹਦੇ ਆ ਜੀ, ਤੇ ਇੱਕ ਪੰਕਤੀ ਇਹ ਜਿੰਨਾ ਟਾਈਮ ਪ੍ਰਕਾਸ਼ ਦਿਹਾੜਾ ਦੁਨੀਆ 'ਚ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਮਨਾਇਆ ਜਾਣਾ ਹੈ, ਉਹਨਾਂ ਟਾਈਮ ਪੜ੍ਹਨੀ ਹੈ। ਪਰ ਤੁਸੀਂ ਮੇਰੇ ਮੂੰਹ ਤੋਂ ਕਦੇ ਨਹੀਂ ਸੁਣੋਗੇ ਜੀ, ਮੈਂ ਨਹੀਂ ਪੜ੍ਹਦਾ ਹੈਗਾ। ਕਿਹੜੀ ਪੰਕਤੀ? ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ। ਇਸ ਪੰਕਤੀ ਦੇ ਉੱਤੇ ਅਮਲ ਕਰਨਾ ਹਾਲੇ ਬਹੁਤ ਦੂਰ ਹੈ, ਬਹੁਤ ਦੂਰ ਹੈ। ਪੜ੍ਹਨਾ ਤੇ ਉਸ ਚੀਜ਼ ਨੂੰ ਕਰਨਾ, ਜ਼ਮੀਨ ਆਸਮਾਨ ਦਾ ਫਰਕ ਹੈ। ਠੀਕ ਹੈ, ਅੱਜ ਢੋਲਕੀਆਂ ਚਿਮਟੇ ਛੈਣੇ ਵੱਜ ਰਹੇ ਆ, ਸਤਿਗੁਰੂ ਨਾਨਕ ਪ੍ਰਗਟਿਆ, ਪਰ ਨਹੀਂ, ਬਹੁਤ ਦੂਰ ਦੀ ਗੱਲ ਹੈ। ਇਹ ਵੀ ਕਰਾਂਗੇ ਆਪਾਂ ਗੱਲ ਕਿ ਕਿਹੜਾ ਹਨੇਰਾ ਗੁਰੂ ਨਾਨਕ ਨੇ ਦੂਰ ਕੀਤਾ ਸੀਗਾ, ਤੇ ਸਿੱਖਾਂ ਨੇ ਫਿਰ ਉਹੀ ਹਨੇਰਾ ਚਾੜ ਲਿਆ ਆ। ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਆ, ਦੌਲਤਾ ਦਾਈ ਦੇ ਮਨ ਵਿੱਚ ਜਿਹੜੀਆਂ ਆਸਾਂ ਸਨ, ਇੱਕ ਲਿਸਟ ਪਰੋਈ ਹੋਈ ਸੀ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਉਹ ਵੀ ਚਾਹੀਦਾ ਆ। ਪਰ ਉਸ ਅਕਾਲ ਪੁਰਖ ਵਾਹਿਗੁਰੂ ਰੂਪ ਦੇ ਦਰਸ਼ਨ ਕੀਤੇ, ਸਾਰੀਆਂ ਭੁੱਖਾਂ ਦੂਰ ਹੋ ਗਈਆਂ। ਇੱਕੋ ਹੀ ਗੱਲ ਕਹੀ ਕਿ ਮਹਿਤਾ ਦਾਸ ਕਲਿਆਣ ਦਾਸ ਕਾਲੂ ਜੀ, ਮੈਨੂੰ ਲੱਗਦਾ ਸੀਗਾ ਕਿ ਮੇਰਾ ਨਾਮ ਦੌਲਤਾ ਕਿਉਂ ਹੈ, ਪਰ ਅੱਜ ਤੇਰੇ ਪੁੱਤਰ ਦੇ ਦਰਸ਼ਨ ਦੀਦਾਰ ਕੀਤੇ ਤੇ ਮੈਨੂੰ ਅਹਿਸਾਸ ਹੋ ਗਿਆ ਕਿ ਮੇਰਾ ਨਾਮ ਦੌਲਤਾ ਕਿਉਂ ਹੈ। ਕਈ ਵਾਰ ਕੁਝ ਗੱਲਾਂ ਐਸੀਆਂ ਹੁੰਦੀਆਂ ਜੀ, ਇਤਿਹਾਸ 'ਚ ਸਾਂਭੀਆਂ ਹੁੰਦੀਆਂ, ਉਹਨਾਂ ਨੂੰ ਅਨੁਭਵ ਕਰਨਾ ਜਾਂ ਉਹਨਾਂ ਨੂੰ ਬਿਆਨ ਕਰਨਾ ਸਾਡੇ ਕੋਲ ਲਫ਼ਜ਼ ਨਹੀਂ ਹੁੰਦੇ। ਕੁਝ ਗੱਲਾਂ ਐਸੀਆਂ, ਹਰ ਚੀਜ਼ ਨੂੰ ਕੱਟਾਂਗੇ ਤੇ ਨੁਕਸਾਨ ਹੋ ਜਾਏਗਾ। ਕਿਉਂਕਿ ਸਤਿਗੁਰ ਜੀ ਦੀ ਬਾਣੀ ਵੀ ਪੜ੍ਹਦੇ ਆ ਕਿ ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ। ਸਤਿਗੁਰ ਜੀ ਦੇ ਦਰਸ਼ਨ ਕੀਤੇ, ਸਾਰੀਆਂ ਭੁੱਖਾਂ ਖਤਮ ਹੋ ਗਈਆਂ। ਹੌਲੀ ਹੌਲੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ, ਘਰ ਵਿੱਚ ਪੁੱਤਰ ਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵੱਡੇ ਹੋ ਰਹੇ ਨੇ ਸਰੀਰਕ ਪੱਖ ਤੋਂ। ਹੁਣ ਜਦੋਂ ਸਰੀਰਕ ਪੱਧਰ ਤੋਂ ਵੱਡੇ ਹੋ ਰਹੇ ਨੇ ਤੇ ਘਰ ਦਾ ਇੱਕ ਮਾਹੌਲ ਹੁਣ ਇਹ ਵੀ ਬਣ ਜਾਂਦਾ ਕਿ ਹੁਣ ਬੱਚੇ ਨੂੰ ਵਿੱਦਿਆ ਵਾਸਤੇ ਕਿੱਥੇ ਲਾਇਆ ਜਾਵੇ, ਇੱਕ ਬਹੁਤ ਵੱਡਾ ਸਵਾਲ ਹੁੰਦਾ ਆ। ਹੁਣ ਇਹ ਉਹਨਾਂ ਲੋਕਾਂ ਨੂੰ ਜਵਾਬ ਆ ਜੀ, ਜਿਹੜੇ ਲੋਕ ਇਹ ਗੱਲ ਕਹਿੰਦੇ ਆ ਇਕੱਲਾ ਅਨੁਭਵੀ ਗਿਆਨ ਚਾਹੀਦਾ ਆ। ਮੈਂ ਪਹਿਲਾ ਲਫ਼ਜ਼ ਵਰਤ ਚੁੱਕਾ ਆ ਕਿ ਰਾਮ ਨਾਰਾਇਣ, ਸ਼ਿਵ ਨਾਰਾਇਣ, ਉਸ ਤੋਂ ਬਾਅਦ ਬਾਬਾ ਕਾਲੂ ਜੀ, ਇਹ ਲੋਕ ਐਜੂਕੇਟਡ ਨੇ, ਇਹ ਲੋਕ ਅਨਪੜ੍ਹ ਨਹੀਂ ਹੈ। ਪਟਵਾਰੀ ਦੀ ਪੋਸਟ ਤੇ ਬਹਿਣਾ, ਉਹ ਵੀ ਸਰਕਾਰੀ ਅਹੁਦੇ ਤੇ ਲੱਗਣਾ, ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਰਿਵਾਰ ਪੜ੍ਹਿਆ ਲਿਖਿਆ ਪਰਿਵਾਰ ਹੈ, ਤੇ ਫਿਰ ਇਹ ਕਿਵੇਂ ਹੋ ਸਕਦਾ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਪੜ੍ਹਨ ਨਾ? ਗੁਰੂ ਨਾਨਕ ਦੇਵ ਪਾਤਸ਼ਾਹ ਜੀ ਬਕਾਇਦਾ ਟੀਚਰਾਂ ਕੋਲ ਜਾਂਦੇ ਆ ਤੇ ਉੱਥੇ ਜਾ ਕੇ ਦੁਨਿਆਵੀ ਵਿੱਦਿਆ ਹਾਸਲ ਕਰਦੇ। ਸਾਡੇ ਕੋਲ ਪੰਡਤ ਗੋਪਾਲ ਜੀ ਦੀ ਗੱਲ ਆਉਂਦੀ ਹੈ, ਸਾਡੇ ਕੋਲ ਪੰਡਤ ਬ੍ਰਿਜਨਾਥ ਦੀ ਗੱਲ ਆਉਂਦੀ ਹੈ, ਸਾਡੇ ਕੋਲ ਕੁਤੁਬਦੀਨ ਦੀ ਗੱਲ ਆਉਂਦੀ ਹੈ। ਗੁਰੂ ਨਾਨਕ ਦੇ ਟੀਚਰ ਨੇ ਦੁਨਿਆਵੀ ਤੌਰ ਤੇ। ਹੁਣ ਇੱਕ ਸਵਾਲ ਹੋਰ ਖੜਾ ਹੋ ਜਾਏਗਾ, ਕਿਉਂਕਿ ਲੋਕਾਂ ਨੇ ਸਵਾਲ ਚੋਂ ਸਵਾਲ ਖੜਾ ਕਰਨਾ ਹੁੰਦਾ ਕਿ ਜੇ ਗੁਰੂ ਨਾਨਕ ਸਰਬ ਕਲਾ ਸੰਪੂਰਨ ਹੈ, ਫਿਰ ਗੁਰੂ ਨਾਨਕ ਨੂੰ ਪੜ੍ਹਨ ਦੀ ਕੀ ਲੋੜ ਹੈ? ਕਲਾਸ ਵਿੱਚ ਖੜਾ ਹੋਇਆ ਟੀਚਰ ਬਲੈਕ ਬੋਰਡ ਤੇ ਸਵਾਲ ਹੱਲ ਕਰ ਰਿਹਾ, ਉਹ ਦੱਸ ਰਿਹਾ ਕਿ 2 ਦੂਣੀ 4 ਹੈ, 3 ਦੂਣੀ 6 ਆ ਭਾਈ, ਇਦਾਂ ਕਰਕੇ ਜੋੜ ਘਟੋ ਕਰਕੇ ਇਦਾਂ ਲਿਖ ਦਿਓ ਭਾਈ, ਆਹ ਤੁਹਾਡਾ ਆਨਸਰ ਹੈ। ਕੋਈ ਉਹਨੂੰ ਸਵਾਲ ਪੁੱਛੇ ਕਿ ਤੂੰ ਟੀਚਰ ਹੈ, ਤੈਨੂੰ ਡਿਗਰੀਆਂ ਮਿਲੀਆਂ ਹੋਈਆਂ, ਤੇ ਤੂੰ ਬਲੈਕ ਬੋਰਡ ਤੇ ਆਹ ਛੋਟੇ ਮੋਟੇ ਸਵਾਲ ਕਿਉਂ ਕਰ ਰਿਹਾ? ਉਹ ਕਹਿੰਦਾ ਮੈਨੂੰ ਪਤਾ, ਮੈਂ ਟੀਚਰ ਆ, ਮੈਂ ਪੜ੍ਹਿਆ ਲਿਖਿਆ, ਮੈਨੂੰ ਡਿਗਰੀਆਂ ਮਿਲੀਆਂ, ਬਲੈਕ ਬੋਰਡ ਤੇ ਮੈਂ ਤਾਂ ਲਿਖ ਰਿਹਾ ਤਾਂ ਕਿ ਆਹ ਜਿਹੜੇ ਬੱਚੇ ਬੈਠੇ ਇਹਨਾਂ ਨੂੰ ਸਮਝ ਆ ਜਾਵੇ।
ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸੰਪੂਰਨ ਨੇ, ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਪਰ ਉਹਨੇ ਉਹ ਜ਼ਿੰਦਗੀ ਸਾਨੂੰ ਜੀ ਕੇ ਦਿਖਾਈ ਹੈ ਇੱਕ ਬਲੈਕ ਬੋਰਡ ਦੀ ਤਰ੍ਹਾਂ ਕਿ ਆਹ ਜਿਹੜੀ ਜ਼ਿੰਦਗੀ ਮੈਂ ਜੀ ਕੇ ਚੱਲਿਆ ਆ ਤੇ ਇਹ ਜ਼ਿੰਦਗੀ ਤੁਸੀਂ ਜੀਣੀ ਹੈ। ਆਪਣੀ ਜ਼ਿੰਦਗੀ ਜੀ ਕੇ ਸਾਡੇ ਸਾਹਮਣੇ ਇੱਕ ਚਾਨਣ ਮੁਨਾਰਾ, ਇੱਕ ਉਦਾਹਰਨ ਸੈੱਟ ਕਰ ਗਿਆ ਗੁਰੂ ਨਾਨਕ ਕਿ ਜਿੱਦਾਂ ਦੀ ਜ਼ਿੰਦਗੀ ਮੈਂ ਜੀ ਆ ਇਦਾਂ ਦੀ ਜ਼ਿੰਦਗੀ ਤੁਸੀਂ ਵੀ ਜੀਣੀ ਆ। ਤਾਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦਾ ਰੂਪ ਧਾਰਨ ਕੀਤਾ ਕਿ ਜਿੱਦਾਂ ਦੀ ਬਾਬਾ ਜ਼ਿੰਦਗੀ ਜੀ ਕੇ ਚੱਲਿਆ, ਸਿੱਖਾ ਤੇਰਾ ਵੀ ਫਰਜ਼ ਬਣਦਾ ਤੂੰ ਵੀ ਜ਼ਿੰਦਗੀ ਇਦਾਂ ਦੀ ਜੀਣੀ ਹੈ। ਹੁਣ ਜਦੋਂ ਪੜ੍ਹਾਈ ਵਾਸਤੇ ਜਾਂਦੇ ਆ, ਆਪ ਨੂੰ ਪਤਾ ਹੈ ਕਈ ਉੱਥੇ ਗੱਲਾਂ ਹੁੰਦੀਆਂ ਆ, ਜਦੋਂ ਪੰਡਤ ਗੋਪਾਲ ਵਰਗੀ ਜੀ ਦੇ ਸ਼ਬਦ ਪਵਾਉਂਦੇ ਕਿ ਊੜਾ ਸ਼ਬਦ ਲਿਖੋ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਊੜਾ ਲਿਖਦੇ ਆ, ਪਰ ਸਤਿਗੁਰ ਜੀ ਇੱਕ ਸਵਾਲ ਕਰਦੇ ਕਿ ਇਸ ਊੜੇ ਦਾ ਅਰਥ ਕੀ ਹੈ, ਇਸ ਊੜੇ ਦਾ ਅਰਥ ਕੀ ਹੈ। ਪਰ ਪੰਡਤ ਗੋਪਾਲ ਜੀ ਕਹਿੰਦੇ ਦੋ ਅੱਖਰ ਮਿਲਣਗੇ ਆਪਸ ਵਿੱਚ, ਦੋ ਸ਼ਬਦਾਂ ਦਾ ਜੋੜ ਹੋਏਗਾ, ਦੋ ਅੱਖਰਾਂ ਦਾ ਜੋੜ ਹੋਏਗਾ, ਇੱਕ ਸ਼ਬਦ ਬਣੇਗਾ, ਫਿਰ ਉਸ ਸ਼ਬਦ ਦਾ ਮੀਨਿੰਗ ਨਿਕਲ ਸਕਦਾ। ਇਕੱਲੇ ਇੱਕ ਅੱਖਰ ਦਾ ਕੋਈ ਅਰਥ ਨਹੀਂ ਹੁੰਦਾ। ਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਕਮਾਲ ਹੋ ਗਿਆ, ਫਿਰ ਮੈਨੂੰ ਉਹ ਤੁਸੀਂ ਅੱਖਰ ਪੜ੍ਹਾ ਕਿਉਂ ਰਹੇ ਹੋ ਜਿਹਦਾ ਕੋਈ ਅਰਥ ਹੀ ਨਹੀਂ ਹੈ। ਸਵਾਲ ਹੈ ਨਾ, ਉਹ ਤੁਸੀਂ ਮੈਨੂੰ ਕਿਉਂ ਪੜ੍ਹਾ ਰਹੇ ਹੋ ਜਿਹਦਾ ਕੋਈ ਅਰਥ ਹੀ ਨਹੀਂ ਹੈ। ਤੇ ਤੁਹਾਨੂੰ ਲੱਗਦਾ ਨਹੀਂ ਕਿ ਊੜੇ ਦਾ ਕੋਈ ਅਰਥ ਹੋ ਸਕਦਾ ਹੈ, ਐੜੇ ਦਾ ਕੋਈ ਅਰਥ ਹੋ ਸਕਦਾ ਆ, ਕੋਈ ਈੜੀ ਦਾ ਅਰਥ ਹੋ ਸਕਦਾ, ਸੱਸੇ ਦਾ ਕੋਈ ਅਰਥ ਹੋ ਸਕਦਾ ਆ। ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਤਾਂ ਇਹ ਕਹਿ ਸਕਦਾ ਕਿ ਦੋ ਅੱਖਰ ਜੁੜਨਗੇ, ਇੱਕ ਸ਼ਬਦ ਬਣੇਗਾ, ਉਸ ਸ਼ਬਦ ਦਾ ਮੈਂ ਤੈਨੂੰ ਕੀ ਅਰਥ ਦੱਸ ਸਕਦਾ ਆ, ਪਰ ਇਕੱਲੇ ਅੱਖਰ ਦਾ ਮੈਂ ਤੈਨੂੰ ਕੋਈ ਅਰਥ ਨਹੀਂ ਦੱਸ ਸਕਦਾ। ਕਈ ਵਿਦਵਾਨਾਂ ਨੇ ਗੱਲ ਲਿਖੀ ਆ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਉਸ ਉਮਰ ਦੇ ਅੰਦਰ ਹੀ ਕੱਲੇ ਕੱਲੇ ਅੱਖਰ ਦਾ ਫਿਰ ਅਰਥ ਦੱਸਿਆ ਕਿ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਭਇਆ। ਤੁਸੀਂ ਪੜ੍ਹਦੇ ਹੋ ਜਿਹੜੀ ਆਪਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਪੜ੍ਹਦੇ ਆ, ਪੱਟੀ ਲਿਖੀ ਗੁਰੂ ਅਮਰਦਾਸ ਪਾਤਸ਼ਾਹ ਦੀ ਵੀ ਬਾਣੀ ਹੈ, ਉਹਦਾ ਨਾਮ ਹੈ ਕੱਲਾ ਪੱਟੀ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਹੈ ਉਹਦਾ ਨਾਮ ਹੈ ਪੱਟੀ ਲਿਖੀ। ਇਹ ਤੋਂ ਸਿੱਧ ਹੋ ਜਾਂਦਾ ਹੈ ਕਿ ਗੁਰੂ ਨਾਨਕ ਨੇ ਪੂਰੇ 35 ਅੱਖਰਾਂ ਦੀ ਉਹ ਪੱਟੀ ਲਿਖ ਕੇ ਦਿਖਾ ਦਿੱਤੀ ਕਿ ਆਹ ਦੇਖੋ ਜੀ ਪਾਂਦਾ ਜੀ, ਕਿ ਮੈਨੂੰ ਲੱਗਦਾ ਆ ਕਿ ਇੱਕ ਇੱਕ ਅੱਖਰ ਦੇ ਵਿੱਚੋਂ ਵੀ ਅਸੀਂ ਬਹੁਤ ਕੁਝ ਸਿੱਖ ਸਕਦੇ ਆ। ਛੋਟੀ ਜਿਹੀ ਉਦਾਹਰਨ ਹੈ, ਬਸ ਜ਼ਿਆਦਾ ਨਹੀਂ ਖੋਲੂੰਗਾ, ਪਰ ਇਹਦੇ ਕੋਲ ਸਿੱਖਣਾ ਕੀ ਸੀਗਾ ਆਪਾਂ ਨੇ। ਅੱਜ ਸਾਰਿਆਂ ਦੇ ਬੱਚੇ ਮੇਰੇ ਸਮੇਤ ਸਭ ਦੀ ਦੌੜ ਲੱਗੀ ਆ ਕਿ ਕੌਨਵੈਂਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਣੇ ਆ, ਸਭ ਦੀ ਦੌੜ ਲੱਗੀ ਹੈ। BCM ਦੇ ਵਿੱਚ ਮੇਰੇ ਖਿਆਲ 'ਚ ਹਜ਼ਾਰਾਂ ਦੇ ਵਿੱਚ ਸੀਟਾਂ ਲੋਕਾਂ ਨੇ ਭਰਤੀਆਂ ਕਿ ਸਾਡੀਆਂ ਸੀਟਾਂ ਤੁਸੀਂ ਦੇ ਦਿਓ, ਸਿਰਫ ਬੱਚੇ ਰੱਖਣੇ ਸੀ ਕਿ 80 ਤੇ ਹਜ਼ਾਰਾਂ ਦੇ ਹਿਸਾਬ ਨਾਲ। ਐਸੇ ਵੀ ਮਾਂ-ਬਾਪ ਸਾਨੂੰ ਮਿਲੇ ਆ ਜੀ ਜਿਨ੍ਹਾਂ ਨੇ ਕਿਹਾ ਲੱਖ ਲੱਖ 2-2 ਲੱਖ 3-3 ਲੱਖ ਦੇਣ ਨੂੰ ਅਸੀਂ ਤਿਆਰ ਆ, ਸਾਨੂੰ ਪਰ BCM ਸਕੂਲ 'ਚ ਸੀਟ ਦਵਾ ਦਿਓ। ਲੋਕਾਂ ਦੀ ਦੌੜ ਲੱਗੀਆਂ ਨਾ ਕਿ ਸਾਡਾ ਬੱਚਾ ਵਧੀਆ ਸਕੂਲ 'ਚ ਪੜ੍ਹੇ, ਪਰ ਕਦੇ ਬਹਿ ਕੇ ਸੋਚਿਆ ਕਿ ਅਸੀਂ ਬੱਚਿਆਂ ਨੂੰ ਇਕੱਲੀ ਪੜ੍ਹਾਈ ਕਰਵਾ ਰਹੇ ਹਾਂ, ਪਰ ਅਸੀਂ ਬੱਚਿਆਂ ਨੂੰ ਇਨਸਾਨੀਅਤ ਵਾਲੀ ਪੜ੍ਹਾਈ ਨਹੀਂ ਕਰਵਾ ਰਹੇ। ਮੈਂ ਪਿਛਲੀ ਵਾਰੀ ਵੀ ਗੱਲ ਆਖੀ ਸੀਗੀ ਕਿ ਜਿੰਨਾ ਨੁਕਸਾਨ ਪੜ੍ਹੇ ਲਿਖੇ ਵਰਗ ਨੇ ਕੀਤਾ ਆ, ਉਨਾ ਨੁਕਸਾਨ ਅਨਪੜ੍ਹ ਵਰਗ ਨਹੀਂ ਕਰ ਸਕਦਾ। ਭਰੂਣ ਹੱਤਿਆ ਕੌਣ ਕਰ ਸਕਦਾ ਜੀ? ਡਾਕਟਰ। ਤੇ ਡਾਕਟਰ ਕੀ ਹੈ ਜੀ? ਪੜ੍ਹਿਆ ਲਿਖਿਆ। ਇੱਕ ਅਫਸਰ ਰਿਸ਼ਵਤ ਲੈਂਦਾ ਆ, ਰੋਡ ਤੇ ਖੜ ਕੇ ਸਟਾਰ ਲੱਗੇ ਹੋਏ ਆ, ਤੇ ਜਦੋਂ ਅਫਸਰ ਬਣਿਆ ਹੀ ਤਾਂ ਆ ਜੋ ਪੜ੍ਹਿਆ ਲਿਖਿਆ। ਇੱਕ ਜੱਜ ਬੈਠ ਕੇ ਗਲਤ ਫੈਸਲੇ ਸੁਣਾ ਰਿਹਾ ਆ, ਤੇ ਗਲਤ ਫੈਸਲੇ ਸੁਣਾ ਕਿਸੇ ਦੀ ਜ਼ਿੰਦਗੀ ਤਬਾਹ ਕਰ ਦਿੰਦਾ ਆ, ਤੇ ਜੱਜ ਕੀ ਹੈ ਜੀ? ਪੜ੍ਹਿਆ ਲਿਖਿਆ। ਹੁਣ ਪਰਮਾਣੂ ਬੰਬ ਜਿਹਦੇ ਪਰ ਸਾਰੀ ਦੁਨੀਆ ਟਿਕੀ ਹੈ ਕਿ ਇੱਕ ਬੰਬ ਡਿੱਗ ਗਿਆ ਦੁਨੀਆ ਤਬਾਹ ਆ, ਤੇ ਪਰਮਾਣੂ ਬੰਬ ਕਿਹਨੇ ਬਣਾਇਆ ਜੀ? ਪੜ੍ਹੇ ਲਿਖੇ ਨੇ, ਵੱਡੇ ਵੱਡੇ ਵਿਦਵਾਨਾਂ ਨੇ ਇਕੱਠੇ ਹੋ ਕੇ ਬਣਾਇਆ। ਮੈਂ ਇਹ ਨਹੀਂ ਕਹਿੰਦਾ ਕਿ ਪੜ੍ਹਾਈ ਨਹੀਂ ਕਰਨੀ ਚਾਹੀਦੀ, ਮੈਂ ਇਹ ਵੀ ਨਹੀਂ ਕਹਿੰਦਾ ਕਿ ਪੜ੍ਹਾਈ ਖਰਾਬ ਹੈ, ਪੜ੍ਹਾਈ ਸਾਨੂੰ ਗਲਤ ਰਾਹ ਤੇ ਤੋਰਦੀ ਹੈ, ਪਰ ਸਤਿਗੁਰ ਜੀ ਦੀ ਬਾਣੀ ਆਖਦੀਆਂ ਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਜੇ ਤੁਸੀਂ ਉਸ ਵਿਦਿਆ ਦੇ ਉੱਤੇ ਵਿਚਾਰ ਹੀ ਨਾ ਕੀਤੀ, ਉਸ ਵਿਦਿਆ ਨੂੰ ਸਮਝਿਆ ਹੀ ਨਹੀਂ, ਉਸ ਵਿਦਿਆ ਦੇ ਉੱਤੇ ਤੁਸੀਂ ਥੋੜਾ ਜਿਹਾ ਬੈਠ ਕੇ ਸੋਚਿਆ ਸਮਝਿਆ ਹੀ ਨਹੀਂ, ਫਿਰ ਮਾਫ ਕਰੋ ਅਸੀਂ ਪੜ੍ਹੇ ਲਿਖੇ ਅਨਪੜ੍ਹ ਹੈ, ਜਿਹਨੂੰ ਸਤਿਗੁਰ ਦੀ ਗੁਰਬਾਣੀ ਨੇ ਆਖਿਆ ਕਿ ਪੜ੍ਹਿਆ ਮੂਰਖ ਆਖੀਐ ਜਿਤ ਲੱਭ ਲੋਭ। ਮਾਲਕ ਕਹਿੰਦੇ ਤੂੰ ਲਾਲਚੀ ਵੀ ਬਣਿਆ ਹੋਇਆ, ਹੰਕਾਰੀ ਵੀ ਬਣਿਆ, ਐਸੀ ਤੇਰੀ ਪੜ੍ਹਾਈ ਖੂਹ ਖਾਤੇ ਹੈ। ਇਹੀ ਹੋ ਰਿਹਾ ਜੀ ਅੱਜ। ਉਹ ਕਹਿੰਦੇ ਇੱਕ ਮਾਂ ਨੇ ਨਾ ਜੀ, ਇੱਕ ਅਨਪੜ੍ਹ ਮਾਂ ਨੇ ਆਪਣੇ ਪੜ੍ਹੇ ਲਿਖੇ ਪੁੱਤ ਨੂੰ ਪੁੱਛ ਲਿਆ ਕਿ 10 ਪੁੱਤਰ
ਦੁਨੀਆ ਦੀ ਕਿਸ ਕਿਤਾਬ ਦੇ ਵਿੱਚ ਇਹ ਲਿਖਿਆ ਹੋਇਆ ਆ ਕਿ ਜਦੋਂ ਮਾਂ-ਬਾਪ ਬੁੱਢੇ ਹੋ ਜਾਵੇ ਉਹਨਾਂ ਨੂੰ ਘਰੋਂ ਬਾਹਰ ਕੱਢ ਦੋ? ਪੜ੍ਹਾਈਆਂ ਤਾਂ ਹੋ ਰਹੀਆਂ ਆ, ਪਰ ਇਨਸਾਨੀਅਤ ਵਾਲੀ ਪੜ੍ਹਾਈ, ਚੰਗੇ ਗੁਣਾਂ ਵਾਲੀ ਪੜ੍ਹਾਈ, ਸਬਰ ਸੰਤੋਖ ਸਹਿਜ ਧੀਰਜ ਵਾਲੀ ਪੜ੍ਹਾਈ, ਇਹ ਤਾਂ ਪੜ੍ਹਾਈ ਇੱਥੋਂ ਮਿਲਣੀ ਸੀਗੀ। ਪਰ ਇੱਥੋਂ ਅਸੀਂ ਆਪਣੇ ਬੱਚੇ ਤੋੜ ਕੇ ਇਸ ਤੋਂ ਇਲਾਵਾ 4 ਟਿਊਸ਼ਨਾਂ ਰੱਖੀਆਂ ਹੋਈਆਂ ਸਕੂਲ ਤੋਂ ਬਾਅਦ ਵੀ, ਕਿ ਬੱਚਾ ਸਾਡਾ ਚੰਗਾ ਬੰਦਾ ਬਣ ਜਾਵੇ, ਉੱਚੇ ਪੋਸਟ ਤੇ ਬਹਿ ਜਾਵੇ। ਪਰ ਇਹ ਨਹੀਂ ਸੋਚਿਆ ਕਿ ਉੱਚੀ ਜੇ ਪੋਸਟ ਤੇ ਬੱਚਾ ਬੈਠੇਗਾ, ਜੇ ਉਹਦੇ ਅੰਦਰ ਗੁਰਬਾਣੀ ਵਾਲੇ ਗੁਣ ਨਹੀਂ ਹੋਣਗੇ ਤੇ ਮਾਫ ਕਰੋ, ਫਿਰ ਉਹ ਬੰਦਾ ਪੜ੍ਹਿਆ ਲਿਖਿਆ ਕੱਲ ਨੂੰ ਆਪਣੇ ਸਮਾਜ ਦਾ ਨੁਕਸਾਨ ਕਰੇਗਾ। ਬਾਬੇ ਨੇ ਹੀ ਗੱਲ ਕਹੀ ਕਿ ਪੜ੍ਹਾਓ ਜੋ ਮਰਜ਼ੀ, ਪਾਂਦਾ ਜੀ ਕੋਈ ਚੱਕਰ ਨਹੀਂ, ਪਰ ਇੱਕ ਇੱਕ ਲਫ਼ਜ਼ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੋੜ ਕੇ ਸਾਨੂੰ ਅਰਥ ਸਿਖਾਇਓ, ਤਾਂ ਕਿ ਅਸੀਂ ਵਿਦਿਆ ਵੀ ਪੜ੍ਹੀਏ, ਅਸੀਂ ਪੜ੍ਹਾਈ ਵੀ ਪੜ੍ਹੀਏ ਤੇ ਨਾਲ ਦੀ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਵੀ ਸਿੱਖੀਏ। ਇੱਧਰ ਵੀ ਜ਼ੋਰ ਦੇਣਾ ਹੈ। ਜਿੱਥੇ 4 ਟਿਊਸ਼ਨਾਂ ਲਾਈਆਂ, ਉੱਥੇ ਇੱਥੇ ਵੀ ਜ਼ੋਰ ਦਿਓ। ਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਹੁਣ ਪਾਂਧਿਆਂ ਦੇ ਕਹਿੰਦੇ, ਪਹਿਲਾ ਨਾ ਤਾਂ ਗੁਰੂ ਨਾਨਕ ਤੋਂ ਪਹਿਲਾਂ ਜੀ ਤੇ ਨਾ ਗੁਰੂ ਨਾਨਕ ਤੋਂ ਬਾਅਦ, ਜਿਹੜੇ ਪਾਂਧਿਆਂ ਨੇ ਗੁਰੂ ਨਾਨਕ ਨੂੰ ਪੜ੍ਹਾਉਣਾ ਸੀ, ਉਹ ਪਾਂਧੇ ਗੁਰੂ ਨਾਨਕ ਤੋਂ ਪੜ੍ਹੇ ਆ ਕਿ ਤੂੰ ਸਾਨੂੰ ਪੜ੍ਹਾ ਬਾਬਾ, ਤੇਰੇ ਤੋਂ ਪੜ੍ਹਨਾ, ਤੇਰੀ ਤਾਂ ਵਿਚਾਰੇ ਬੜੀ ਕਮਾਲ ਦੀ ਹੈ। ਦੇਖੋ ਵਿਚਾਰ, ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲਦਾ ਜੀ। ਸਿਰਫ ਅੱਜ ਥੋੜਾ ਜਿਹਾ ਮੈਂ ਬਹੁਤ ਇਤਿਹਾਸ ਖਿੱਚ ਲੈ ਜਾਣਾ, ਕਿਉਂਕਿ ਬਹੁਤ ਪਿੱਛੇ ਆਪਾਂ ਕੋਲ ਮੈਟਰ ਪਿਆ ਆ, ਤੇ ਮੇਰਾ ਮੰਨਣਾ ਕਿ 6 ਦਿਨਾਂ ਚੋਂ ਆਪਣਾ ਕਲੀਅਰ ਹੋ ਜਾਵੇ। ਇਹ ਤੋਂ ਬਾਅਦ ਆਪਾਂ ਜਨੇਊ ਵਾਲੀ ਸਾਖੀ ਦੀ ਛੋਟੀ ਜਿਹੀ ਗੱਲ ਕਰ ਲੈਂਦੇ, ਜ਼ਿਆਦਾ ਨਹੀਂ ਖੋਲੂੰਗਾ। ਅੱਜ ਅਸੀਂ ਖੜੇ ਕਿੱਥੇ ਆ, ਫਿਰ ਇੱਥੇ ਵਿਚਾਰ ਕਰਨੀ ਪੈਣੀ ਆ। ਮੈਂ ਤਾਂ ਹੀ ਉਹ ਸ਼ਬਦ ਨਹੀਂ ਨਾ ਬੋਲੂੰਗਾ ਜੀ, ਮਿੱਟੀ ਧੁੰਦ ਜਗ ਚਾਨਣ ਹੋਆ। ਆਪਾਂ ਉਹਨੂੰ ਦੇਖਣਾ ਨਾਪ ਤੋਲ ਕਰਕੇ ਕਿ ਬਾਬਾ ਸਾਡਾ ਕਿੱਥੇ ਖੜਾ, ਅਸੀਂ ਕਿੱਥੇ ਖੜੇ ਆ। ਬਾਬਾ ਕਿੱਥੇ ਖਲੋਤਾ ਤੇ ਅਸੀਂ ਚਲੋ ਕਿਸੇ ਦੇ ਘਰੇ ਅਖੰਡ ਪਾਠ ਸਾਹਿਬ ਦਾ ਅੱਜ ਭੋਗ ਪਾਇਆ ਜੀ, ਤੇ ਉਹ ਭੈਣ ਜੀ ਕਹਿੰਦੇ ਨਾ ਕੰਮ ਕਰਨਾ ਜੀ ਭਾਈ ਸਾਹਿਬ। ਮੈਂ ਕਿਹਾ ਹਾਂਜੀ। ਕਹਿੰਦੇ ਪੌਣ ਨਹੀਂ ਪੈਣੀ ਚਾਹੀਦੀ, 1 ਨਹੀਂ ਵੱਜਣਾ ਚਾਹੀਦਾ। ਤੇ ਮੇਰਾ ਤਾਂ ਮਨ ਇਹ ਵੀ ਕਰਦਾ ਜੀ, ਮਾਫ ਕਰਿਓ, ਮੇਰਾ ਆਪਣੀ ਨਿੱਜੀ ਰਾਏ ਆ, ਕਿ ਜਿਸ ਘਰ ਦੇ ਵਿੱਚ ਗੁਰਮਤ ਦਾ ਪਹਿਰਾ ਨਹੀਂ ਨਾ ਹੈ ਜੀ, ਮੇਰਾ ਤਾਂ ਮਨ ਕਰਦਾ ਕਿ ਉੱਥੇ ਪਾਠ ਕਰਨ ਨੂੰ ਹੀ ਮਨਾ ਕਰ ਦਈਏ ਅਸੀਂ, ਕਿ ਛੱਡੋ ਅਸੀਂ ਨਹੀਂ ਕਰਨਾ ਜੀ। ਮੈਂ ਕਿਹਾ ਭੈਣ ਜੀ ਪੌਣ ਤੇ 1 ਵਜੇ ਦਾ ਕੀ ਚੱਕਰ ਹੈ ਜੀ? ਕਹਿੰਦੀ ਪੌਣ 'ਚ ਕੀਤਾ ਹੋਇਆ ਕੰਮ ਵੀ ਕਹਿੰਦੀ ਸਿਰੇ ਨਹੀਂ ਚੜ੍ਹਦਾ ਅਰਦਾਸ ਕੀਤੀ ਹੋਈ। ਕਹਿੰਦੀ 1 ਵਜੇ ਵਾਲੀ ਅਰਦਾਸ ਮਰਗਤ ਦੀ ਹੁੰਦੀ ਹੈ। ਤੇ ਮੈਂ ਕਿੰਨੇ ਵਜੇ ਫਿਰ ਅਰਦਾਸ ਕਰਾਂ ਜੀ? ਕਹਿੰਦੀ 12:30 ਤੋਂ ਤੁਸੀਂ ਫਿਰ 12:45 ਦੇ ਵਿੱਚ ਅਰਦਾਸ ਤੁਸੀਂ ਕਰਦੇ ਹੋ, 35 ਤੇ ਕਰਦੇ ਹੋ, 40 ਤੇ ਕਰਦੇ ਹੋ। ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਜਿਹੜੀ ਚੀਜ਼ ਹੈ ਇਹ ਨਹੀਂ ਮੰਨਦੀ ਹੈ। ਇਸ ਕਰਕੇ ਹਾਲੇ ਚਾਨਣ ਸਾਡਾ ਨਹੀਂ ਹੋਇਆ, ਨਿੱਕੀ ਨਿੱਕੀ ਗੱਲਾਂ 'ਚ ਫਸੇ ਹੋਏ ਆ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਦੋਂ ਉਮਰ 9.5 10 ਸਾਲ ਹੁੰਦੀ ਹੈ, ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਘਰ ਵਿੱਚ ਇੱਕ ਜਨੇਊ ਦੀ ਰਸਮ ਚੱਲਦੀ ਹੈ, ਜੋ ਹਿੰਦੂ ਸਮਾਜ 'ਚ ਬਹੁਤ ਵੱਡਾ ਮੈਂ ਕਹਿ ਲਵਾਂ ਕਿ ਰਸਮ ਹੈ, ਕਿ ਬਹੁਤ ਉੱਚੇ ਪੱਧਰ ਤੇ ਰਸਮ ਕੀਤੀ ਜਾਂਦੀ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਵਾਸਤੇ ਵੀ ਰਸਮ ਤਿਆਰ ਹੋ ਰਹੀ ਹੈ ਜੀ। ਹੁਣ ਤੁਸੀਂ ਇਹ ਦੇਖੋ, ਗੁਰੂ ਨਾਨਕ ਦੇਵ ਪਾਤਸ਼ਾਹ ਦਾ ਧੀਰਜ, ਅਸੀਂ ਬਣ ਜਾਗੇ ਜੀ ਬਾਬੇ ਵਰਗੇ। ਇੱਥੇ ਤਾਂ ਥੋੜਾ ਜਿਹਾ ਕਿਤੇ ਨੋ ਵੀ ਕਹਿ ਜਾਵੇ ਨਾ ਸੱਸ ਨੂੰ ਕਿ ਬੇਬੇ ਆਹ ਗੱਲ ਗਲਤ ਹੈ, ਤੇ ਮਾਫ ਕਰਿਓ, ਤੇ ਘਰ ਉਜੜਨ ਤੱਕ ਆ ਜਾਂਦੇ ਆ, ਉਜੜਨ ਤੱਕ ਆ ਜਾਂਦੇ ਘਰ। ਜਦੋਂ ਗੱਲਬਾਤ ਹੋਈ ਜੀ ਬਾਬੇ ਨਾਨਕ ਦੇ ਜਨੇਊ ਦੀ, ਸਾਰਾ ਪ੍ਰਬੰਧ ਸ਼ੁਰੂ ਹੋ ਗਿਆ। ਚਲੋ ਅੱਜ ਤਾਂ ਸਾਡੇ ਕੋਲ WhatsApp ਮੈਸੇਜ ਅਸੀਂ 1 ਨੂੰ ਸੈਂਡ ਕੀਤਾ, ਹਜ਼ਾਰਾਂ ਨੂੰ ਪਹੁੰਚ ਗਿਆ, ਪਰ ਉਦੋਂ ਚਿੱਠੀਆਂ ਚੱਲਦੀਆਂ ਕਿੰਨੀਆਂ। ਸੋਚੋ ਨਾ ਕਿੰਨੀਆਂ ਚਿੱਠੀਆਂ ਲਿਖੀਆਂ ਹੋਣੀਆਂ। ਬਾਬਾ ਕਾਲੂ ਜੀ ਕੋਈ ਆਮ ਬੰਦੇ ਤਾਂ ਨਹੀਂ ਹੈ, VIP ਬੰਦੇ ਆ, ਇਸ ਕਰਕੇ ਕਿੱਡੇ ਕਿੱਡੇ ਵੱਡੇ ਵੱਡੇ ਮੰਤਰੀ ਸੰਤਰੀ ਵੀ ਪਹੁੰਚੇ ਹੋਣੇ ਆ। ਥੋੜਾ ਗੱਲ ਨੂੰ ਨੋਟ ਕਰਿਓ ਜੀ ਕਵਰ 'ਚ। ਉਸ ਤੋਂ ਬਾਅਦ ਰਿਸ਼ਤੇਦਾਰ ਪਰਿਵਾਰ ਕਿੱਡਾ ਵੱਡਾ ਆ, ਉਹ ਵੀ ਪਹੁੰਚ ਰਿਹਾ ਹੈ। ਸਾਰੀਆਂ ਤਿਆਰੀਆਂ ਹੋ ਰਹੀਆਂ, ਚਿੱਠੀਆਂ ਵੰਡੀਆਂ ਜਾ ਰਹੀਆਂ ਬਾਬੇ ਨਾਨਕ ਦੇ ਸਾਹਮਣੇ। ਹਲਵਾਈ ਵੀ ਆ ਕੇ ਲੱਗ ਗਿਆ, ਤੇ ਇੱਥੋਂ ਤੱਕ ਵੀ ਆਸਾ ਦੀ ਵਾਰ ਆਖਦੀ ਆ ਕਿ ਜਦੋਂ ਐਸੀ ਰਸਮ ਹੁੰਦੀ ਸੀਗੀ, ਕਹੋ ਬੱਕਰਾ ਰਿੰਨ ਖਾਇਆ, ਕਿ ਬੱਕਰੇ ਤੱਕ ਵੀ ਲੋਕ ਵੱਢ ਕੇ ਉਦੋਂ ਬੱਕਰੇ ਤੱਕ ਵੀ ਬਣਾਉਂਦੇ ਸੀਗੇ ਹਿੰਦੂ ਫੈਮਲੀਆਂ ਦੇ ਅੰਦਰ, ਕਿ ਐਡਾ ਖੁਸ਼ੀ ਦਾ ਪ੍ਰੋਗਰਾਮ ਮੰਨਿਆ ਜਾਂਦਾ ਸੀਗਾ। ਤੇ ਜਦੋਂ ਸਾਰਾ ਕੁਝ ਹੋ ਗਿਆ ਜੀ, ਗੱਲਬਾਤ ਹੋ ਗਈ ਆ, ਹਲਵਾਈ ਲੱਗ ਗਿਆ, ਟੈਂਟ ਲੱਗ ਗਿਆ, ਰਿਸ਼ਤੇਦਾਰ ਆ ਗਏ ਆ, ਪਰ ਮੈਂ ਹੈਰਾਨ ਆ ਕਿ ਬਾਬਾ ਚੁੱਪ ਹੈ, ਉਹ ਨਹੀਂ ਬੋਲ ਰਿਹਾ।
ਇੱਕ ਦਿਨ ਪਹਿਲਾਂ ਬੋਲ ਲਾ, ਇੰਨਾ ਖਰਚਾ ਕਿਉਂ ਕਰਾ ਰਿਹਾ ਬਾਪੂ ਦਾ ਨਾ, ਕਿ ਮੈਂ ਨਹੀਂ ਪਾਉਣਾ ਭਾਈ, ਪਤਾ ਤਾਂ ਆਪਾਂ ਸਭ ਨੂੰ ਪਾਉਣਾ ਹੀ ਨਹੀਂ ਬਾਪੂ ਨੇ। ਇੱਕ ਦਿਨ ਪਹਿਲਾਂ ਬੋਲ ਲਾ, ਨਹੀਂ ਪ੍ਰਚਾਰ ਕਰਨ ਦਾ ਢੰਗ, ਮੈਂ ਪਿਛਲੀ ਵਾਰੀ ਵੀ ਗੱਲ ਆਖੀ ਹੈ ਨਾ ਜੀ, ਇੱਥੇ ਬੈਠ ਕੇ ਆਪਾਂ ਬੋਲੀ ਜਾਈਏ ਜੀ, ਤੁਸੀਂ ਨਿਤਨੇਮ ਕਰੋ ਸੰਗਤ ਜੀ, ਤੁਸੀਂ ਕਹਿਣਾ ਇਹਨਾਂ ਦਾ ਕੰਮ ਹੈ ਬੋਲਣਾ ਤੇ ਸਾਡਾ ਕੰਮ ਹੈ ਸੁਣਨਾ। ਇਹਨਾਂ ਨੇ ਬੋਲ ਕੇ ਚਲੇ ਜਾਣਾ ਤੇ ਅਸੀਂ ਸੁਣ ਕੇ ਚਲੇ ਜਾਣਾ। ਜਦੋਂ ਮੈਂ ਕਹਿਣਾ ਕਿ ਤੁਸੀਂ 5:13 ਤੇ ਇੱਕ ਛੋਟਾ ਜਿਹਾ ਸਿਰਫ ਮੂਲ ਮੰਤਰ ਦੇ 5 ਵਾਰੀ ਜਾਪ ਕਰ ਲਿਓ, ਹਕੀਕਤ ਆ ਜੀ ਤੁਹਾਡੇ ਵਿੱਚੋਂ 10 ਬੀਬੀਆਂ ਸਵੇਰੇ ਉੱਠ ਕੇ ਬਹਿ ਜਾਣਗੀਆਂ, ਕਿਉਂਕਿ 5:13 ਦੀ ਗਰਾਰੀ ਅੜ ਗਈ। ਬਸ ਇਹ ਚੱਕਰ ਹੋਇਆ ਸਾਡੇ ਦਿਮਾਗ ਕਿੱਥੇ ਖੜਾ ਨਾ, ਪਰ ਬਾਬਾ ਨਾਨਕ ਸਭ ਕੁਝ ਕਰ ਰਿਹਾ। ਠੀਕ ਹੈ, ਹੁਣ 2 ਤਿਆਰੀਆਂ, ਕੱਪੜੇ ਵੀ ਲਿਆਂਦੇ ਬਾਬੇ ਨਾਨਕ ਵਾਸਤੇ, ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਹੈ, ਮਿੱਤਰਤਾ ਵੀ ਪਈ ਹੋਈ ਹੈ ਭਾਈ ਲਾਡੋ ਨਾਲ, ਉਹ ਵੀ ਮਾਫ ਕਰਿਓ ਮਰਦਾਨੇ ਨਾਲ, ਉਹ ਵੀ ਤਿਆਰ ਹੋ ਕੇ ਪਹੁੰਚਿਆ ਹੈ। ਠੀਕ ਹੈ, ਆਉਣ ਦੋ ਕੋਈ ਗੱਲ ਨਹੀਂ। ਟੈਂਟ ਲੱਗ ਰਿਹਾ, ਇੱਧਰ ਉੱਧਰ ਸਭ ਰੰਗ ਬਿਰੰਗੇ ਕੱਪੜੇ ਵਾਲੇ ਘੁੰਮ ਰਹੇ ਆ, ਫਿਰ ਨਹੀਂ ਬਾਬਾ ਬੋਲਦਾ। ਭੈਣ ਨਾਨਕੀ ਜਾਂਦੀ ਹੈ, ਕਹਿੰਦੀ ਚੱਲ ਵੀਰਿਆ ਚੱਲੀਏ, ਕਿ ਬੇਦੀ ਤਿਆਰ ਹੋ ਗਈ ਹੈ ਤੇ ਪੰਡਤ ਜੀ ਮੰਤਰ ਪੜ੍ਹਨ ਲੱਗ ਗਏ ਆ ਤੇ ਤੁਹਾਨੂੰ ਬੁਲਾਇਆ, ਉੱਥੇ ਟਾਈਮ ਹੋ ਗਿਆ, ਮੂਰਤ ਦਾ ਟਾਈਮ ਹੋ ਗਿਆ, ਪਹੁੰਚੀ ਉੱਥੇ। ਤੇ ਮੈਂ ਸੋਚਦਾ ਕਿ ਬਾਬਾ ਨਾਨਕ ਬੇਬੇ ਨਾਨਕੀ ਨੂੰ ਕਹਿ ਦਿੰਦਾ ਕਿਤੇ ਥੋੜਾ ਜਿਹਾ ਕੰਨ 'ਚ ਕਿ ਮੈਂ ਜਨੇਊ ਨਹੀਂ ਪਾਉਣਾ, ਮੈਂ ਚੱਲਿਆ। ਪਰ ਨਹੀਂ, ਬਾਬਾ ਫੇਰ ਟੋਰ 'ਚ ਆ ਰਿਹਾ ਕਿ ਚੱਲੀਏ, ਬੈਠਾਂਗੇ ਬਾਬੇ ਨਾਲ ਗੱਲ ਕਰਾਂਗੇ। ਸਭ ਕੁਝ ਹੋ ਗਿਆ ਜੀ, ਬਾਬਾ ਜੀ ਆ ਕੇ ਬੇਦੀ ਦੇ ਸਾਹਮਣੇ ਬੈਠ ਗਏ। ਪੰਡਤ ਜੀ ਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ, ਥਾਲੀ ਦੇ ਵਿੱਚ ਜਨੇਊ ਪਿਆਇਆ। ਸਾਰਾ ਕੁਛ ਮੰਤਰ ਪੜ੍ਹਨ ਤੋਂ ਬਾਅਦ ਜਦੋਂ ਜਨੇਊ ਪਾਉਣ ਲੱਗੇ, ਚੁੱਕਣ ਲੱਗੇ ਪੰਡਤ ਜੀ, ਤੇ ਬਾਬਾ ਕਹਿੰਦਾ ਇੱਕ ਸਵਾਲ ਪੁੱਛਣਾ ਹੈ। ਹਾਂਜੀ ਬੋਲੋ, ਕੀ ਕਰਨਾ? ਇੱਕ ਗੱਜ ਕੇ ਬੋਲੋ, ਇੱਕ। ਬਸ ਇਹ ਨਹੀਂ ਪੁੱਛਿਆ ਜਾ ਰਿਹਾ ਸਾਡੇ ਕੋਲ, ਇੱਥੇ ਬੈਠ ਕੇ ਜਿਹੜਾ ਮਰਜ਼ੀ ਕੁਛ ਬੋਲੀ ਜਾਵੇ, ਬਸ ਸਿਰ ਹਿਲਾਈ ਜਾਣਾ ਜੀ, ਬਟ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਓਕੇ ਹੈ। ਸਵਾਲ, ਗੁਰਬਾਣੀ ਦੀ ਕਸਵੱਟੀ ਕੀ ਕਹਿ ਰਹੀ ਹੈ? ਕਿ ਉਸ ਗੱਲ ਨੂੰ ਗੁਰਬਾਣੀ ਮੰਨਦੀ ਹੈ ਜੋ ਸੁਣੀ ਹੈ ਤੁਸੀਂ, ਜੋ ਸੁਣਾ ਕੇ ਬੰਦਾ ਜਾ ਰਿਹਾ, ਗੁਰਬਾਣੀ ਦੀ ਕਸਵੱਟੀ ਕਹਿ ਰਹੀ ਹੈ, ਅਸੀਂ ਪੜਚੋੜ ਨਹੀਂ ਕੀਤੀ। ਬਾਬਾ ਕਹਿੰਦਾ ਇੱਕ ਸਵਾਲ ਹੈ ਜੀ। ਕਹਿੰਦੇ ਦੱਸੋ ਜੀ। ਜਿੱਦਣ ਇਹ ਗੱਲ ਬਾਬੇ ਨਾਨਕ ਨੇ ਕਹੀ ਹੈ ਨਾ ਜੀ, ਇੱਕ ਸਵਾਲ ਹੈ ਮੇਰਾ, ਉਸ ਦਿਨ ਪੰਡਤ ਦੇ ਹਰਦਿਆਲ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਿ ਕਿੰਨੇ ਸਾਲ ਹੋ ਗਏ ਸੀਗੇ ਜਨੇਊ ਪਾਉਂਦੇ ਨੂੰ, ਅੱਜ ਤੱਕ ਕਿਸੇ ਨੇ ਇਹ ਲਫ਼ਜ਼ ਨਹੀਂ ਕਿਹਾ ਸੀਗਾ ਕਿ ਇੱਕ ਸਵਾਲ ਹੈ। ਹੁਣ ਪੰਡਤ ਦੇ ਮਨ 'ਚ ਕਿ ਬੱਚਾ ਕਿੱਡਾ ਕੁ ਸਵਾਲ ਕਰ ਲੇਗਾ। ਹਾਂਜੀ ਬੋਲੋ, ਕੀ ਸਵਾਲ ਹੈ? ਕਹਿੰਦੇ ਸਵਾਲ ਬਸ ਮੇਰਾ ਇਹ ਹੈ ਕਿ ਇਹ ਤੁਸੀਂ ਮੈਨੂੰ ਜਿਹੜਾ ਜਨੇਊ ਪਾਉਣ ਲੱਗੇ ਹੋ, ਇਹ ਕਿਉਂ ਪਾਉਣ ਲੱਗੇ ਹੋ? ਪਹਿਲਾ ਸਵਾਲ। ਕਹਿੰਦੇ ਪੁੱਤਰ ਤੂੰ ਧਰਮੀ ਬਣ ਜਾਣਾ ਆ, ਧਰਮੀ ਤੈਨੂੰ ਬਣਾਉਣ ਵਾਸਤੇ ਆ ਤੇਰਾ ਅਸੀਂ ਅੱਜ ਤੈਨੂੰ ਜਨੇਊ ਪਾਉਣਾ ਆ। ਤੇ ਬਾਬਾ ਕਹਿੰਦਾ ਬੜੀ ਕਮਾਲ ਦੀ ਗੱਲ ਹੈ, ਬੜੀ ਖੁਸ਼ੀ ਦੀ ਗੱਲ ਹੈ, ਤੁਹਾਡਾ ਇੱਕ ਧਾਗਾ ਮੈਨੂੰ ਧਰਮੀ ਬਣਾ ਦੇਗਾ। ਤੇ ਮੈਂ ਆਖਾਂਗਾ ਸਾਰੀ ਦੁਨੀਆ ਨੂੰ ਧਾਗੇ ਪਵਾ ਦਿਓ। ਨੋਟ ਕਰਿਓ ਜੀ ਗੱਲ ਹੈ, ਮੈਂ ਆਖਾਂਗਾ ਕਿ ਸਾਰੀ ਦੁਨੀਆ ਨੂੰ ਧਾਗੇ ਪਵਾ ਦਿਓ, ਕੋਈ ਵੀ ਬੰਦਾ ਧਾਗੇ ਤੋਂ ਬਗੈਰ ਨਾ ਰਵੇ ਤੇ ਕੋਈ ਵੀ ਬੰਦਾ ਫਿਰ ਅਧਰਮੀ ਨਾ ਰਵੇ, ਸਭ ਧਰਮੀ ਬਣ ਜਾਣਗੇ। ਤੇ ਫਿਰ ਇੱਕ ਅਗਲਾ ਸਵਾਲ ਜੀ, ਮੈਨੂੰ ਜਿਹੜਾ ਤੁਸੀਂ ਥਾਲੀ 'ਚ ਜਨੇਊ ਰੱਖਿਆ ਹੋਇਆ, ਇਹਦਾ ਰੰਗ ਕੁਛ ਹੋਰ ਹੈ, ਜਿਹੜਾ ਤੁਹਾਡੇ ਗਲ 'ਚ ਪਾਇਆ ਤੇ ਇਹਦਾ ਰੰਗ ਬੋਲੋ ਜੀ ਹੋਰ ਹੈ, ਇਹ ਆਪਣੇ ਵਾਲਾ ਮੈਨੂੰ ਪਾਓ, ਉਹ ਪਾਉਣਾ ਮੈਂ। ਪੰਡਤ ਜੀ ਕਹਿੰਦੇ ਏਦਾਂ ਵੀ ਨਹੀਂ ਹੋਣਾ। ਕਿਉਂ ਜੀ? ਬ੍ਰਾਹਮਣ ਦਾ ਅਲੱਗ ਹੈ, ਖੱਤਰੀ ਦਾ ਅਲੱਗ ਹੈ, ਵੈਸ਼ ਦਾ ਅਲੱਗ ਹੈ, ਤੇ ਸ਼ੂਦਰ ਦਾ ਜਨੇਊ ਹੈ ਨਹੀਂ। ਅਗਲੀ ਗੇਮ ਦੇਖੋ, ਬ੍ਰਾਹਮਣ ਦੀ ਕਿੰਨੀ ਚਲਾਕ ਹੈ। ਇੱਥੇ ਇੱਕ ਸ਼ਬਦ ਵਰਤਿਆ ਗਿਆ, ਦਿਆ ਕਪਾਹ। ਕਪਾਹ ਸ਼ਬਦ ਕਿਉਂ ਵਰਤਿਆ? ਕਿਉਂਕਿ ਜਿਹੜਾ ਜਨੇਊ ਪੰਡਤ ਨੇ ਪਾਉਣਾ ਆ ਉਹ ਕਪਾਹ ਦਾ ਬਣਿਆ ਹੈ, ਤੇ ਜਿਹੜਾ ਜਨੇਊ ਖੱਤਰੀ ਨੇ ਪਾਉਣਾ ਜੀ ਉਹ ਸੰਨ ਦਾ ਬਣਿਆ ਹੋਇਆ, ਤੇ ਜਿਹੜਾ ਜਨੇਊ ਵੈਸ਼ ਨੇ ਪਾਉਣਾ ਆ ਉਹ ਭੇਡੂ ਦੀ ਉੱਨ ਤੋਂ ਬਣਿਆ ਹੋਇਆ। ਅਗਲੀ ਗੇਮ ਤੇ ਆ ਜਾਓ। ਜਿਹੜਾ ਜਨੇਊ ਬ੍ਰਾਹਮਣ ਨੇ ਪਾਉਣਾ ਉਹਨੇ ਬਸੰਤ ਰੁੱਤ 'ਚ ਪਾਉਣਾ ਜੀ, ਜਿਹੜਾ ਖੱਤਰੀ ਨੇ ਪਾਉਣਾ ਆ ਉਹ ਉਹਨੇ ਪਾਉਣਾ ਜੀ ਗਰਮੀ ਦੀ ਰੁੱਤ ਦੇ ਵਿੱਚ, ਤੇ ਜਿਹੜਾ ਵੈਸ਼ ਨੇ ਪਾਉਣਾ ਉਹ ਪਾਉਣਾ ਸਰਦੀ ਦੀ ਰੁੱਤ ਵਿੱਚ। ਅਗਲੀ ਗੇਮ ਤੇ ਫੇਰ ਆ ਜਾਓ। ਜਿਹੜਾ ਬਾਹਮਣ ਨੇ ਪਾਉਣਾ ਜੀ ਉਹਨੇ ਪਾਉਣਾ 8 ਸਾਲ ਦੀ ਉਮਰ ਦੇ ਵਿੱਚ, 7 ਤੋਂ 8 ਦੇ ਵਿੱਚ। ਜਿਹੜਾ ਪਾਉਣਾ ਖੱਤਰੀ ਨੇ ਪਾਉਣਾ ਜੀ
ਤੇ ਉਹ ਪਾਉਣਾ 9 ਤੋਂ 10 ਉਮਰ ਦੇ ਵਿੱਚ ਜਿਹੜਾ ਤੁਹਾਡਾ ਵੈਸ਼ ਨੇ ਪਾਉਣਾ ਆ ਉਹ 11 ਤੋਂ 12 ਦੀ ਉਮਰ ਵਿੱਚ ਪਾਉਣਾ। ਉਮਰਾਂ ਦੀ ਵੀ ਵੰਡ ਹੈ ਜੀ, ਜਨੇਊ ਦੀ ਵੀ ਵੰਡ ਹੈ ਜੀ, ਰੁੱਤਾਂ ਦੀ ਵੀ ਵੰਡ ਹੈ। ਤੇ ਬਾਬਾ ਨਾਨਕ ਕਹਿੰਦਾ ਉਹ ਭਾਈ ਤੂੰ ਕਹਿਣਾ ਕਿ ਆਪਾਂ ਸਭ ਨੂੰ ਇੱਕ ਥਾਂ ਤੇ ਕਰਨਾ, ਉਹ ਆਪਣੇ ਤਾਂ ਧਾਗੇ ਇੱਕ ਨਹੀਂ ਹੈ। ਬਾਬੇ ਦਾ ਜਵਾਬ ਕੀ ਸੀਗਾ ਜੀ ਕਿ ਤੁਸੀਂ ਧਾਗਾ ਪਾ ਕੇ ਕਹਿੰਦੇ ਹੋ ਆਪਾਂ ਸਭ ਨੇ ਧਰਮੀ ਬਣਨਾ, ਸਾਰਿਆਂ ਨੇ ਇੱਕ ਹੋ ਜਾਣਾ ਆ, ਉਹ ਆਪਣੇ ਤਾਂ ਧਾਗੇ ਇੱਕ ਨਹੀਂ ਤੇ ਆਪਾਂ ਸਾਰਿਆਂ ਨੂੰ ਕਿੱਦਾਂ ਕਰ ਲਾਂਗੇ। ਮੈਂ ਜਨੇਊ ਨਹੀਂ ਪਾਉਣਾ। ਨਹੀਂ ਪੁੱਤਰ, ਇਹ ਵੱਡੀ ਕਾਸਟ ਵਾਲਿਆਂ ਦਾ ਕਹਿ ਲਓ ਜਾਂ ਤੁਸੀਂ ਬ੍ਰਾਹਮਣ ਦਾ ਕਹਿ ਲਓ ਜਾਂ ਫਿਰ ਉਹਦਾ ਆ, ਫਿਰ ਇਦਾਂ ਕਰੋ ਜੇ ਮੇਰੇ ਪਾਉਣਾ ਤੇ ਮੇਰੀ ਮਾਂ ਦੇ ਪਾਓ, ਮਾਂ ਵਾਸਤੇ ਫਿਰ ਜਨੇਊ ਨਹੀਂ ਹੈ। ਭੈਣ ਦੇ ਪਾ ਦਿਓ, ਜਨੇਊ ਨਹੀਂ ਹੈ। ਮੇਰਾ ਮਿੱਤਰ ਮਰਦਾਨਾ ਖਲੋਤਾ ਉਹਦੇ ਪਾ ਦਿਓ। ਪੰਡਤ ਜੀ ਨੂੰ ਕੋਈ ਜਵਾਬ ਨਹੀਂ ਆਇਆ, ਪੰਡਤ ਜੀ ਨੂੰ ਕੋਈ ਜਵਾਬ ਨਹੀਂ ਆਇਆ। ਹੁਣ ਮੈਂ ਤੁਹਾਨੂੰ ਇੱਕ ਜਨੇਊ ਦਿੰਦਾ, ਉਹ ਪਾ ਲਓ, ਆਪਾਂ ਸਾਰੇ ਪਾਵਾਂਗੇ ਜੀ। ਬਾਬਾ ਨਾਨਕ ਕਹਿੰਦਾ ਆਪ ਸਭ ਨੂੰ ਸ਼ਬਦ ਯਾਦ ਹੈ, ਮੈਂ ਸੰਕੋਚਣਾ ਹੀ ਹੈ। ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤੈ ਪਾਂਡੇ। ਇਹ ਸਾਰੀ ਦੁਨੀਆ ਪਾ ਸਕਦੀ। ਸਾਰਾ ਸ਼ਬਦ ਤੁਹਾਨੂੰ ਯਾਦ ਹੈ, ਮੈਂ ਜ਼ਿਆਦਾ ਨਹੀਂ ਉਤਰਨਾ ਸ਼ਬਦ ਦੇ ਵਿੱਚ। ਬਾਬਾ ਕਹਿੰਦਾ ਆ ਆਪਾਂ ਪਾਉਂਦੇ ਆ। ਤੇ ਯਾਦ ਰੱਖਿਓ, ਜੇ ਧਾਰਮਿਕ ਚਿੰਨ੍ਹਾਂ ਦੇ ਪਿੱਛੇ ਗੁਣ ਨਹੀਂ ਹੈ, ਗੁਣਾਂ ਨੂੰ ਧਾਰਨ ਨਹੀਂ ਕੀਤਾ, ਫਿਰ ਸਾਡੇ ਪਾਏ ਹੋਏ 5 ਕਕਾਰ ਵੀ ਕਿਸੇ ਕੰਮ ਦੇ ਨਹੀਂ। ਮਾਫ ਕਰੋ ਇਸ ਗੱਲ ਨੂੰ। ਜੇ 5 ਕਕਾਰਾਂ ਵਿੱਚੋਂ 5 ਗੁਣ ਸਿੱਖੇ ਅਸੀਂ ਧਾਰਨ ਨਾ ਕੀਤੇ, ਫਿਰ ਇਹ 5 ਕਕਾਰ ਵੀ ਉਹੀ ਜਨੇਊ ਵਰਗੇ ਆ ਜਿਹੜਾ ਜਨੇਊ ਵੰਡੀਆਂ ਪਾ ਰਿਹਾ ਹੈ। ਮਾਫ ਕਰੋ, ਮੈਨੂੰ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ। ਅੱਜ ਹੋ ਗਿਆ ਆ, ਅਸੀਂ ਫਲਾਣੇ ਦਾ ਅੰਮ੍ਰਿਤ ਛਕਿਆ ਜੀ, ਅਸੀਂ ਟਿਮਕਾਣੇ ਦਾ ਛਕਿਆ। ਅਸੀਂ ਕਿਸੇ ਦੇ ਹੱਥ ਦਾ ਬਣਿਆ ਪ੍ਰਸ਼ਾਦਾ ਨਹੀਂ ਛਕਦੇ, ਅਸੀਂ ਆਪਣੇ ਜਥੇ ਦਾ ਹੀ ਛਕਦੇ ਆ। ਐਸੇ ਵੀ ਬੜੇ ਅਸੀਂ ਇਸੇ ਭਾਂਡਿਆਂ 'ਚ ਛਕਦੇ ਆ, ਦੂਜਾ ਭਾਂਡਾ ਨਹੀਂ ਵਰਤਦੇ। ਜਿਹੜੀਆਂ ਚੀਜ਼ਾਂ ਬਾਬੇ ਨਾਨਕ ਨੇ ਕੱਢੀਆਂ ਸੀਗੀਆਂ ਉਹ ਚੀਜ਼ਾਂ ਅੱਜ ਸਿੱਖਾਂ ਦੇ ਵਿੱਚ ਕੁੱਟ-ਕੁੱਟ ਕੇ ਭਰ ਚੁੱਕੀਆਂ ਨੇ, ਪਰ ਅਸੀਂ ਬਾਬੇ ਨਾਨਕ ਵਰਗੀ ਜੁਰਤ ਨਹੀਂ ਦਿਖਾ ਰਹੇ। ਕਿਉਂ? ਇਹ ਤੁਸੀਂ ਕਿਉਂ ਕਰ ਰਹੇ ਹੋ? ਜਦੋਂ ਸਾਡਾ ਬਾਟਾ ਇੱਕ ਹੈ, ਸਾਡਾ ਗ੍ਰੰਥ ਇੱਕ ਹੈ, ਸਾਡਾ ਪੰਥ ਇੱਕ ਹੈ, ਫਿਰ ਮਰਿਆਦਾ ਵੱਖਰੀਆਂ ਵੱਖਰੀਆਂ ਕਿਉਂ? ਜਦੋਂ ਸਾਡੇ ਕੋਲ ਮਰਿਆਦਾ ਨਾ ਹੋਵੇ, ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਾਡੇ ਕੋਲ ਮਰਿਆਦਾ ਹੈ, ਉਦੋਂ ਇੱਕ ਸਾਡੇ ਕੋਲ ਮਰਿਆਦਾ ਹੈ, ਪਰ ਵੱਖਰੀਆਂ ਵੱਖਰੀਆਂ ਮਰਿਆਦਾ ਕਿਉਂ? ਸਵਾਲ ਨਹੀਂ ਸਾਡਾ ਅਸੀਂ ਖੜਾ ਕਰਦੇ। ਗੁਰੂ ਨਾਨਕ ਦੇਵ ਪਾਤਸ਼ਾਹ ਦੇ ਜੀਵਨ 'ਚੋਂ ਇਹਨਾਂ ਗੱਲਾਂ ਨੂੰ ਸਿੱਖਣਾ ਹੈ ਕਿ ਬਾਬੇ ਨੇ ਜੋ ਸਾਨੂੰ ਦਿੱਤਾ, ਜੋ ਸਾਨੂੰ ਰਾਹ ਦਿੱਤਾ, ਤੇ ਇਹ ਰਾਹ ਕਿਸ ਥਾਂ ਤੇ ਪਹੁੰਚਣਾ ਸੀਗਾ। ਸਤਿਗੁਰ ਕਿਰਪਾ ਕਰਨ ਜੀ, ਸਮਾਂ ਬੜੀ ਛੇਤੀ ਹੋ ਗਿਆ ਆ। ਆਰੰਭਤਾ ਆਪਾਂ ਨੇ ਕਿੱਥੋਂ ਕੀਤੀ ਸੀਗੀ ਜੀ? ਰਾਣਾ ਰਾਏ। ਰਾਣਾ ਰਾਏ ਦਾ ਪੁੱਤਰ ਕੌਣ ਸੀਗਾ ਜੀ? ਰਾਏ ਭੋਏ। ਰਾਏ ਭੋਏ ਦਾ ਪੁੱਤਰ ਕੌਣ ਸੀਗਾ ਜੀ? ਰਾਏ ਬੁਲਾਰ। ਠੀਕ ਹੈ ਜੀ। ਰਾਮ ਨਾਰਾਇਣ, ਸ਼ਿਵ ਨਾਰਾਇਣ, ਬਾਬਾ ਕਾਲੂ ਜੀ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ। ਸੁਕਾਲੋ ਸੱਚੇ ਸੌਦੇ ਦੀ ਗੱਲ ਕਰਨੀ ਹੈ ਜੀ। ਸੱਚਾ ਸੌਦਾ ਕਿ ਉਹ ਜਿਹੜਾ ਅਸੀਂ ਅੱਜ ਰੋਲਾ ਪਾਇਆ ਕਿ 20 ਰੁਪਏ ਦਾ ਲੰਗਰ, 20 ਰੁਪਏ ਦਾ ਲੰਗਰ, ਇਹ ਹੈ ਕਿ ਅਸਲ 'ਚ ਸੱਚਾ ਸੌਦਾ ਕੁਛ ਹੋਰ ਹੈ। ਕੱਲ੍ਹ ਨੂੰ ਆਪਾਂ ਗੱਲ ਕਰਾਂਗੇ। ਸੋ ਉਮੀਦ ਹੈ ਜੀ ਸਮੇਂ ਸਿਰ ਪਹੁੰਚਿਆ ਕਰੋ ਤਾਂ ਕਿ ਕੁਛ ਆਪਣੀ ਗੱਲ ਰਹਿ ਨਾ ਜਾਵੇ। ਜਿਹੜੀ ਸੰਗਤ ਨਹੀਂ ਆਈ ਉਹਨਾਂ ਨੂੰ ਵੀ ਬੇਨਤੀ ਕਰੋ ਕਿ ਉਹ ਵੀ ਪਹੁੰਚੇ। ਅੱਜ ਦਾ ਇਤਿਹਾਸ ਆਪਾਂ ਨੂੰ ਥੋੜ੍ਹਾ ਜਿਹਾ ਇਹ ਸੁਣਾਉਣਾ ਪੈਣਾ ਸੀਗਾ ਕਿਉਂਕਿ ਆਰੰਭਤਾ ਸੀਗੀ। ਇਹ ਤੋਂ ਬਾਅਦ ਜਿਹੜਾ ਇਤਿਹਾਸ ਹੈ ਗੁਰੂ ਮਾਲਕ ਤਰਸ ਕਰਨ, ਕੁਝ ਨਵੀਆਂ ਗੱਲਾਂ ਆਪ ਜੀ ਦੀ ਝੋਲੀ 'ਚ ਪਾਉਣ ਦੀ ਕੋਸ਼ਿਸ਼ ਕਰਾਂਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ